Good morning, students. Once again, welcome to my YouTube channel. Today we are discussing about Tudhya revolt of Tudhya 1857 AD, part first, class 8th SST history part. You ready? Let's go. In this session, we are discussing that the revolt of Tudhya 1857 AD ਵੀ ਅਸੀਂ ਪੜ੍ਹਾਂਗੇ ਵੀ ਕਿਸ ਤਰੀਕੇ ਨਾਲ ਉਹ ਬਗਾਵਤ ਸ਼ੁਰੂ ਹੋਈ 1857 ਦੀ, ਜਿਹੜੀ ਕਿ ਸਾਡੀ ਪਹਿਲੀ ਬਗਾਵਤ ਮੰਨੀ ਗਈ ਹੈ ਇੰਡੀਆ ਦੇ ਵਿੱਚ, ਵੀ ਜਿਹੜੀ ਅੰਗਰੇਜ਼ਾਂ ਦੇ ਖਿਲਾਫ, ਈਸਟ ਇੰਡੀਆ ਕੰਪਨੀ ਦੇ ਖਿਲਾਫ ਜਿਹੜੀ ਅਸੀਂ ਇਹ ਬਗਾਵਤ ਛੇੜੀ ਸੀਗੀ। ਸਟਾਰਟ ਕਰਦੇ ਹਾਂ। ਦੇਖੋ, ਵੀ ਹੈਵ ਟੂ ਬੀ ਅ ਸਟੱਡੀਡ, ਅਸੀਂ ਪ੍ਰੀਵੀਅਸ ਜਿਹੜੇ ਲੈਸਨ ਸੀਗੇ ਉਹਦੇ ਵਿੱਚ ਅਸੀਂ ਪਾਲਿਸੀਜ਼ ਪੜ੍ਹੀਆਂ ਈਸਟ ਇੰਡੀਆ ਕੰਪਨੀਜ਼ ਦੀ, ਜਿਹੜੇ ਕਿ ਇੰਗਲੈਂਡ ਤੋਂ ਆਈ ਸੀ, ਕਿ ਉਹ ਕਿਸ ਤਰੀਕੇ ਨਾਲ ਪਾਲਿਸੀਆਂ ਬਣਾਉਂਦੇ ਸੀ ਅਤੇ ਕਿਸ ਤਰ੍ਹਾਂ ਦੀਆਂ ਉਹ ਗਤੀਵਿਧੀਆਂ ਕਰਦੇ ਸੀ, ਅਤੇ ਜਿਹੜੇ ਪੀਪਲ ਸੀਗੇ ਉਹ ਇਹੋ ਜਿਹੀਆਂ ਚੀਜ਼ਾਂ ਲਈ ਇੰਟਰਸਟਡ ਸੀ ਕਿ ਨਹੀਂ ਸੀ, ਇਹਦੇ ਬਾਰੇ ਅਸੀਂ ਪੜ੍ਹਿਆ। ਅਤੇ ਅਸੀਂ ਇਹ ਵੀ ਪੜ੍ਹਿਆ ਵੀ ਜਿਹੜੇ ਇੰਡੀਆ ਸੀਗਾ ਉਹ ਬ੍ਰਿਟਿਸ਼ ਦੇ ਅਗੇਂਸਟ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਜਿਹੜੀਆਂ ਸੀਗਾ ਬਗਾਵਤਾਂ ਉਹ ਸ਼ੁਰੂ ਕੀਤੀਆਂ। ਰਿਵੋਲਟਸ ਦਾ ਮਤਲਬ ਬਗਾਵਤ, ਅਤੇ ਜਿਹੜੇ ਜ਼ਿਆਦਾਤਰ ਹਿਸਟੋਰੀਕਲ ਸੀ ਉਹਨਾਂ ਨੇ ਇਹਨੂੰ ਸੈਨਿਕ ਵਿਦਰੋਹ ਵੀ ਕਿਹਾ ਜਾਂ ਸ਼ੋਲਜਰਸ ਰਿਵੋਲਟਸ ਵੀ ਕਿਹਾ। ਤਾਂ ਕਰਕੇ ਇਹਨੂੰ ਕੀ ਆ, ਫਸਟ ਵਾਰ ਵੀ ਕਿਹਾ ਜਾਂਦਾ ਵਾ ਇੰਡੀਪੈਂਡੈਂਸ ਦੀ, ਜਿਹੜੀ ਇੰਡੀਆ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ। ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਵੀ 1947 ਦੇ ਵਿੱਚ ਅਰਾਊਂਡ ਅਸ 90 ਈਅਰਸ ਅਗੋ ਵੀ ਜਿਹੜਾ ਇੰਡੀਆ ਸੀਗਾ ਉਸ ਤੋਂ ਬਾਅਦ ਆਜ਼ਾਦ ਹੋ ਗਿਆ। ਅਤੇ ਫਿਰ ਅਸੀਂ ਦੇਖਦੇ ਹਾਂ ਵੀ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਇੱਕ ਸਕਸੈਸਰ ਰਿਵੋਲਟਰਸ ਮੰਨੇ ਗਏ। ਇਹਨਾਂ ਨੇ ਕੁਛ ਕੁ ਚੀਜ਼ਾਂ ਸੀਗੀਆਂ ਜਿਹੜੀਆਂ ਟਰਨ ਕਰਨ ਦੀ ਕੋਸ਼ਿਸ਼ ਕੀਤੀਆਂ, ਜਿਹਦੇ ਕਰਕੇ ਜਿਹੜੀਆਂ ਇਹ ਬਗਾਵਤਾਂ ਸ਼ੁਰੂ ਹੋਈਆਂ ਜੀ। ਸ਼ੋਲਜਰਸ ਰਿਵੋਲਟਸ ਜਿਹੜੇ ਸੀਗੇ ਉਹ ਤਾਂ ਹੋਇਆ ਕਿਉਂਕਿ ਜਿਹੜੇ ਜ਼ਿਆਦਾਤਰ ਸ਼ੋਲਜਰ ਸੀਗੇ ਉਹਨਾਂ ਨੇ ਕੀ ਕਰਤਾ ਸੀਗਾ, ਉਹਨਾਂ ਦੇ ਜੁਆਇੰਟਲੀ ਡਿਸ ਹੋਵੇ ਵੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਤਾਂ ਕਰਕੇ ਜਿਹੜੀਆਂ ਇਹ ਸਭ ਤੋਂ ਪਹਿਲਾਂ ਜਿਹੜੀ ਸ਼ੋਲਜਰਸ ਜਿਹੜੀ ਰਿਵੋਲਟ ਸੀਗੇ ਉਹ ਹੋਏ, ਇਹ ਆਰਮੀ ਆਫੀਸਰ ਜਿਹੜੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਆਰਡਰ ਮੰਨਣ ਤੋਂ ਨਾ ਕੀਤਾ ਗਿਆ। ਨੈਕਸਟ ਹੈਗਾ ਵੀ ਕਾਜ਼ ਆਫ ਰਿਵੋਲਟਸ ਆਫ ਟੂ ਦੀ 1857, ਵੀ ਕੀ ਰੀਜ਼ਨ ਸੀਗਾ ਵੀ ਜਿਹੜੀ ਬਗਾਵਤ ਸ਼ੁਰੂ ਹੋਈ 1857 ਦੀ। ਦੇਖੋ, ਜਿਹੜੇ ਵੀ ਮੇਨਲੀ ਜਿਹੜੇ ਇੰਡੀਆ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੇ ਇਸ਼ੂ ਸੀਗੇ, ਜਿਵੇਂ ਪੋਲੀਟੀਕਲ ਇਸ਼ੂ ਸੀਗੇ, ਸੋਸ਼ਲ ਇਸ਼ੂ ਸੀਗੇ, ਇਕਨੋਮਿਕ ਇਸ਼ੂ ਸੀ, ਰਿਲੀਜਨ ਇਸ਼ੂ ਸੀ ਅਤੇ ਮਿਲਟਰੀ ਇਸ਼ੂ ਸੀਗੇ। ਇਹ ਜਿਹਦੇ ਜ਼ਿਆਦਾਤਰ ਇਹ 4-5 ਰੀਜ਼ਨ ਸੀਗੇ ਜਿਹਦੇ ਕਰਕੇ ਇਹ ਬਗਾਵਤ ਜਿਹੜੀ ਹੋਣੀ ਸ਼ੁਰੂ ਹੋਈ। ਫਸਟ ਦੇਖਿਆ ਗਿਆ ਸੀ ਪੋਲੀਟੀਕਲ, ਵੀ ਰਾਜਨੀਤਿਕ ਤੌਰ 'ਤੇ ਕਿਹੜਾ ਸੀ, ਟੂ ਸਟਾਪ ਟੂ ਦੀ ਪੈਨਸ਼ਨ ਆਫ ਦੀ ਨਾਨਾ ਸਾਹਿਬ। ਨਾਨਾ ਸਾਹਿਬ ਜਿਹੜੇ ਸੀਗੇ ਉਹ ਮੇਨ ਪਰਸਨ ਸੀਗੇ, ਜਾਂ ਤੁਸੀਂ ਕਹਿ ਦਿਓ ਵੀ ਪੇਸ਼ਾਵਰ ਸੀਗੇ। ਪੇਸ਼ਾਵਰ ਜਿਹੜੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ, ਜਿਹੜੇ ਕਿ ਮਰਾਠੇ ਸੀਗੇ ਜਿਵੇਂ ਕਿ ਸ਼ਿਵਾਜੀ, ਉਹਨਾਂ ਦੇ ਵਿੱਚੋਂ ਇਹ ਨਿਕਲੇ ਹੋਏ ਸੀ। ਅਤੇ ਨਾਨਾ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਅਡੋਪਟ ਕੀਤਾ ਪੇਸ਼ਾਵਾ, ਜਿਹੜਾ ਕਿ ਬਾਜੀ ਰਾਓ ਦੂਜਾ ਸੀਗੇ, ਉਹਨਾਂ ਦੀ ਡੈਥ ਤੋਂ ਬਾਅਦ ਨਾਨਾ ਸਾਹਿਬ ਜਿਹੜੇ ਸੀਗੇ ਉਹਨਾਂ ਦੇ ਸਕਸੈਸਰ ਮੰਨੇ ਗਏ। ਸਕਸੈਸਰ ਦਾ ਮਤਲਬ ਕੀ ਹੁੰਦਾ ਵਾ, ਵੀ ਜਿਹੜੇ ਉਹਨਾਂ ਦੇ ਬਾਅਦ ਜਿਨ੍ਹਾਂ ਨੂੰ ਰਾਜਗੱਦੀ ਮਿਲਦੀ ਆ। ਜਿਹੜੇ ਲਾਰਡ ਡਲਹੌਜੀ ਸੀਗੇ ਉਹਨਾਂ ਨੂੰ ਇਹ ਮੰਨਿਆ ਵੀ ਚੱਲ ਠੀਕ ਆ, ਤੁਸੀਂ ਸਹੀ ਪਰਸਨ ਹੋ, ਤਾਂ ਕਰਕੇ ਤੁਹਾਨੂੰ ਕੀ ਆ, ਅਸੀਂ ਪੈਨਸ਼ਨ ਅਲਾਊਡ ਕਰ ਦਾਂਗੇ, ਵੀ ਤੁਸੀਂ ਕੀ ਆ, ਤੁਹਾਨੂੰ ਇੱਕ ਪੈਸੇ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ। ਫਿਰ ਕੀ ਹੋਇਆ, ਨਾਨਾ ਸਾਹਿਬ ਜਿਹੜੇ ਸੀਗੇ ਉਹ ਓਪੋਨੈਂਟ ਸੀਗੇ, ਜਾਣੀ ਕਿ ਬ੍ਰਿਟਿਸ਼ਰ ਰੂਲ ਦੇ ਖਿਲਾਫ ਸੀਗੇ। ਤਾਂ ਕਰਕੇ ਉਹਨਾਂ ਨੇ ਉਹਨਾਂ ਦੇ ਖਿਲਾਫ ਬਗਾਵਤ ਕਰ ਦਿੱਤੀ ਵੀ ਮੈਨੂੰ ਮੇਰੇ ਰਾਜ ਦੇ ਵਿੱਚ ਹੀ ਰਾਜ ਕਰਨ ਨਹੀਂ ਦਿੱਤਾ ਜਾਊਗਾ, ਅਤੇ ਦੂਜਾ ਕੀ ਆ, ਮੇਰੇ ਲੋਕਾਂ ਨੂੰ ਅਤਿਆਚਾਰ ਕੀਤਾ ਜਾਊਗਾ ਅਤੇ ਮੈਂ ਉੱਥੇ ਬੈਠ ਕੇ ਸਿਰਫ ਪੈਨਸ਼ਨ ਲੈ ਕੇ ਹੀ ਦੇਖੂੰਗਾ। ਤਾਂ ਕਰਕੇ ਉਹਨਾਂ ਨੂੰ ਇਹ ਚੀਜ਼ ਵਧੀਆ ਨਹੀਂ ਲੱਗੀ ਅਤੇ ਉਹਨਾਂ ਨੇ ਬਗਾਵਤ ਕਰ ਦਿੱਤੀ। ਫਿਰ ਅੱਗੇ ਸੀਗਾ ਬੈਡ ਟਰੀਟਮੈਂਟ ਆਫ ਦੀ ਮੁਗਲ ਅੰਪਾਇਰ ਬਹਾਦਰ ਸ਼ਾਹ ਜ਼ਫਰ। ਬਹਾਦਰ ਸ਼ਾਹ ਜ਼ਫਰ ਜਿਹੜਾ ਔਰੰਗਜ਼ੇਬ ਤੋਂ ਬਾਅਦ ਜਿਹੜਾ ਰਾਜਾ ਬਣਿਆ, ਅਤੇ ਉਦੋਂ ਬਾਅਦ ਜਿਹੜਾ ਇਹ ਮੰਨਿਆ ਜਾਂਦਾ ਵੀ ਇਹ ਮੁਗਲ ਅੰਪਾਇਰ ਦਾ ਲਾਸਟ ਜਿਹੜਾ ਪਰਸਨ ਸੀਗਾ ਜਿਹਨੇ ਰਾਜ ਕੀਤਾ ਉਹਦੇ ਉੱਤੇ। ਜਿਹੜਾ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਬਹਾਦਰ ਸ਼ਾਹ ਜ਼ਫਰ ਜਿਹੜਾ ਮੁਗਲ ਅੰਪਾਇਰ ਸੀਗਾ ਆਫਟਰ ਡੈਥ ਆਫ ਰੈੱਡ ਫੋਂਟ, ਵੀ ਉਹਨੂੰ ਆਕੂਪਾਈਡ ਕੀਤਾ ਜਾਊ। ਉਹਨਾਂ ਨੇ ਕਿਹਾ ਵੀ ਜੇਕਰ ਤੁਹਾਡੀ ਡੈਥ ਹੋ ਗਈ ਤਾਂ ਉਦੋਂ ਬਾਅਦ ਜਿਹੜਾ ਲਾਲ ਕਿਲ੍ਹਾ ਵਾ ਉਹ ਸਾਡੇ ਹੱਥ ਆ ਜਾਏਗਾ। ਅਤੇ ਜਿਹੜਾ ਬਹਾਦਰ ਖਾਂ ਜ਼ਫਰ ਸੀਗਾ ਉਹਨਾਂ ਨੂੰ ਇਹ ਚੀਜ਼ ਦੇ ਬਾਰੇ ਆਪਣੀ ਇਨਸਲਟ ਲੱਗੀ ਵੀ ਇਹ ਕੀ ਆ, ਮੈਨੂੰ ਇਨਸਲਟ ਕਰ ਰਹੇ ਨੇ। ਤਾਂ ਉਹਨਾਂ ਨੇ ਇਹ ਚੀਜ਼ ਪਲੈਜ ਕਰਨ ਤੋਂ ਐਂਡ ਕਰ ਦਿੱਤਾ, ਅਤੇ ਉਹਨਾਂ ਨੇ ਕਿਹਾ ਵੀ ਮੈਂ ਕਿਸੇ ਦੀ ਬ੍ਰਿਟਿਸ਼ਰ ਰੂਲ ਦੀ ਕੋਈ ਵੀ ਗੱਲ ਨਹੀਂ ਮੰਨੂੰਗਾ ਅਤੇ ਮੈਂ ਆਪਣੇ ਅਕੋਰਡਿੰਗ ਚੱਲੂੰਗਾ। ਥਰਡ ਕਾਰਨ ਬਣਿਆ ਅਡੋਪਸ਼ਨ ਆਫ ਟੂ ਦੀ ਲੈਪਸ ਪੋਲਿਸੀ, ਜਿਹੜੀ ਲਾਰਡ ਡਲਹੌਜੀ ਨੇ ਬਣਾਈ ਸੀ, ਵੀ ਜੇਕਰ ਕੋਈ ਬੰਦਾ ਜਿਹਦੇ ਕੋਈ ਵੀ ਸੰਤਾਨ ਨਹੀਂ ਹੋਊਗੀ ਤਾਂ ਉਦੋਂ ਬਾਅਦ ਜਿਹੜਾ ਉਹਦਾ ਰਾਜ ਹੋਊਗਾ ਬ੍ਰਿਟਿਸ਼ ਰਾਜ ਦੇ ਵਿੱਚ ਬਣਾ ਦਿੱਤਾ ਜਾਊਗਾ। ਦੇਖੋ ਹੁਣ ਉਹਦੇ ਵਿੱਚ ਸੀਗਾ ਅਕੋਰਡਿੰਗ ਟੂ ਡਾਕਟ੍ਰੇਨ ਆਫ ਟੂ ਦੀ ਲੈਪਸ ਪੋਲਿਸੀ, ਵੀ ਲਾਰਡ ਡਲਹੌਜੀ ਇਜ਼ ਇਫ ਦੀ ਰੂਲ ਆਫ ਐਨੀ ਸਟੇਟ ਡਾਈਡ ਵਿਦਾਊਟ ਐਨੀ ਇਸ਼ੂ, ਵੀ ਜੇਕਰ ਕੋਈ ਉਹਦੇ ਵਿੱਚ ਕੋਈ ਬੰਦਾ ਜਿਹਦੀ ਡੈਥ ਹੋ ਜਾਵੇ ਅਤੇ ਉਦੋਂ ਬਾਅਦ ਕੋਈ ਇਸ਼ੂ ਨਾ ਹੋਵੇ ਤਾਂ ਉਹ ਜੇਕਰ ਉਹ ਕੋਈ ਵੀ ਅਡੋਪਟਡ ਸਨ ਲੈਂਦਾ ਵਾ ਅਤੇ ਉਹਨੂੰ ਰੈਕੋਨਾਈਜ਼ ਨਹੀਂ ਕੀਤਾ ਜਾਊਗਾ ਸਕਸੈਸਰ ਆਫ ਦੀ ਸਟੇਟ, ਵੀ ਉਹਨੂੰ ਉਹਦਾ ਰਾਜਾ ਨਹੀਂ ਮੰਨਿਆ ਜਾਊਗਾ ਉਸ ਸਟੇਟ ਦਾ। ਤਾਂ ਲਾਰਡ ਡਲਹੌਜੀ ਨੇ ਇਹਦੇ ਅਕੋਰਡਿੰਗ ਜਿਹੜਾ
ਲੈਪਸ ਡਾਕਟ੍ਰੇਨ ਆਫ ਲੈਪਸ ਸੀਗੀ। ਉਹਦੇ ਅਕੋਰਡਿੰਗ ਕਈ ਸਟੇਟਸ ਜਿਵੇਂ ਕਿ ਸੀਗਾ ਸੰਭਲਪੁਰ, ਝਾਂਸੀ, ਨਾਗਪੁਰ, ਉਧਮਪੁਰ, ਇਹਨੂੰ ਜਿਹੜਾ ਬ੍ਰਿਟਿਸ਼ ਰਾਜ ਦੇ ਅੰਪਾਇਰ ਦੇ ਵਿੱਚ ਮਿਲਾ ਲਿਆ ਸੀਗਾ। ਤਾਂ ਕਰਕੇ ਇਹਦੇ ਰਿਜ਼ਲਟ ਦੇ ਕਾਰਨ ਜਿਹੜੀ ਪਾਰਟੀਸਪੇਸ਼ਨ ਹੋਈ ਉਹਨਾਂ ਦੇ ਖਿਲਾਫ ਵਿਦਰੋਹ ਦੀ, ਅਤੇ ਉਸ ਤੋਂ ਬਾਅਦ ਵਿਦਰੋਹ ਸਟਾਰਟ ਹੋਏ। ਚੌਥਾ ਸੀਗਾ ਐਨਿਕਸਟੇਸ਼ਨਸ ਆਫ ਦੀ ਅਵਧ ਇੰਡੀਆ ਬ੍ਰਿਟਿਸ਼ ਅੰਪਾਇਰ ਦੇ ਵਿੱਚ ਜਦੋਂ ਅਵਧ ਨੂੰ ਲੈ ਕੇ ਆਇਆ ਗਿਆ ਤਾਂ ਉਹ ਵੀ ਇੱਕ ਰੀਜ਼ਨ ਬਣਿਆ ਵੀ ਅਵਧ ਜਿਹੜਾ ਸੀਗਾ ਉਹ ਪ੍ਰੋਸਪੈਰਿਟੀ ਸਟੇਟ ਸੀਗੀ। ਲਾਰਡ ਡਲਹੌਜੀ ਨੇ ਕੀ ਕੀਤਾ, ਪ੍ਰੀਫਿਕਸਿਸ ਕਰਕੇ ਮਾਲ ਐਡਮਿਨਿਸਟ੍ਰੇਸ਼ਨ ਐਨਿਕਸਟੇਟਰੀ ਜਿਹੜੀ ਸੀਗੀ ਵੀ ਜਾਣੀ ਕਿ ਉਹਨਾਂ ਨੇ ਕੀ ਕੀਤਾ, ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਪਣੇ ਪਰਸਨ ਪਾਏ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਅਵਧ ਸੀਗਾ ਉਹਨੂੰ ਕਿਹਾ ਵੀ ਉਹ ਸਾਡੇ ਹੀ ਪਾਰਟ ਆ। ਅਤੇ ਉਸ ਤੋਂ ਬਾਅਦ ਜਿਹੜਾ ਅਵਧ ਦਾ ਨਵਾਬ ਸੀ ਵਜੀਦ ਅਲੀ, ਉਹਨੂੰ ਵੀ ਉਹਦੇ ਖਿਲਾਫ ਹੋਣਾ ਪਿਆ ਕਿਉਂਕਿ ਉਹਨੇ ਕੀ ਆ ਬੜੀ ਬੇਰਹਿਮੀ ਦੇ ਨਾਲ ਕੀ ਆ ਉਹਨਾਂ ਦੇ ਨਾਲ ਲੜੇ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਕਿਹਾ ਵੀ ਭਾਈ ਤੁਸੀਂ ਤੁਹਾਡਾ ਜਿਹੜਾ ਰਾਜ ਆ ਉਹ ਸਾਡੇ ਰਾਜ ਦੇ ਵਿੱਚ। ਫਿਰ ਅੱਗੇ ਆਏ ਸੋਸ਼ਲ ਅਤੇ ਰਿਲੀਜੀਅਸ ਧਾਰਮਿਕ ਕਾਰਨ ਵੀ ਕੁਛ ਬਣੇ। ਦੇਖੋ ਫਸਟ ਸੀਗਾ ਇੰਟਰਫੇਰੈਂਸ ਆਫ ਟੂ ਦੀ ਸੋਸ਼ਲ ਰਿਲੀਜੀਅਸ ਰਿਟਿਊਲ, ਵੀ ਜਿਹੜੇ ਕੁਛ ਸੋਸ਼ਲ ਰਿਟਿਊਲ ਸੀਗੇ ਵੀ ਜਿਹੜਾ ਲਾਰਡ ਵਿਲੀਅਮ ਬੈਂਟਿਕ ਸੀਗੇ ਅਤੇ ਲਾਰਡ ਡਲਹੌਜੀ, ਇਹ ਦੋ ਹੀ ਜਣੇ ਕੀ ਸੀਗੇ ਰਿਫੋਰਮ ਚਾਹੁੰਦੇ ਸੀ ਇੰਡੀਅਨ ਸੋਸਾਇਟੀ ਦੇ ਵਿੱਚ। ਉਹ ਚਾਹੁੰਦੇ ਸੀ ਵੀ ਜਿਹੜੇ ਇੰਡੀਅਨ ਸੋਸਾਇਟੀ ਦੇ ਵਿੱਚ ਜਿਹੜੇ ਜਾਤ ਪਾਤ ਦਾ ਅਤੇ ਕੰਮ ਚੱਲ ਰਹੇ ਨੇ ਉਹ ਚੀਜ਼ਾਂ ਸਹੀ ਨਾ ਹੋਣ, ਅਤੇ ਉਹਨਾਂ ਨੇ ਡਿਕਲੇਅਰ ਕੀਤਾ ਵੀ ਜਿਹੜਾ ਸਤੀ ਪ੍ਰਥਾ ਵਾ ਵੀ ਜਿਹਦੇ ਵਿੱਚ ਜਿਹਦੀ ਵਾਈਫ ਜਿਹਦਾ ਹਸਬੈਂਡ ਮਰ ਜਾਂਦਾ ਸੀ ਅਤੇ ਉਹਨੂੰ ਵੀ ਅੱਗ ਦੇ ਵਿੱਚ ਹੀ ਭੇਟ ਕਰ ਦਿੱਤਾ ਜਾਂਦਾ ਸੀ। ਅਤੇ ਦੂਜਾ ਸੀਗਾ ਫੀਮੇਲ ਇਨ ਫੋਸਟੀਸਾਈਡ ਇਨਲੀਗਲ ਡਿਕਲੇਅਰ ਕਰ ਦਿੱਤਾ, ਅਤੇ ਜਿਹੜੀਆਂ ਵਿੰਡੋ ਔਰਤ ਸੀਗੀਆਂ ਜਿਹੜੇ ਵਿਧਵਾ ਔਰਤ ਸੀਗੀਆਂ ਉਹਨਾਂ ਦਾ ਦੁਬਾਰਾ ਵਿਆਹ ਕਰਨ ਦਾ ਜਿਹੜੀ ਪ੍ਰਥਾ ਸੀ ਉਹਨਾਂ ਨੇ ਇਹ ਚੀਜ਼ ਚਲਾਈਆਂ। ਅਤੇ ਉਹਨਾਂ ਨੇ ਬੈਨ ਕੀਤੀ ਕਾਸਟਿਜ਼ਮ ਦੀ, ਵੀ ਕੋਈ ਵੀ ਕਾਸਟਿਜ਼ਮ ਨਹੀਂ ਹੋਏਗਾ, ਵੀ ਕੋਈ ਉੱਚੀ ਕੋਈ ਛੋਟੀ ਜਾਤ ਨਹੀਂ ਹੈਗੀ, ਕਿਸੇ ਦੇ ਵਿੱਚ ਅਨਟੱਚੇਬਿਲਟੀ ਦੀ ਕੋਈ ਪ੍ਰੋਬਲਮ ਨਹੀਂ ਆਏਗੀ, ਹਰੇਕ ਬੰਦਾ ਕਿਸੇ ਨਾਲ ਵੀ ਬੈਠ ਕੇ ਕੁਛ ਵੀ ਖਾ ਸਕਦਾ ਵਾ। ਅਤੇ ਪੂਅਰ ਜਿਹੜੇ ਹਾਇਰ ਕਲਾਸ ਲੋਕ ਸੀਗੇ ਉਹ ਟਰੈਵਲ ਕਰਦੇ ਸੀਗੇ ਟ੍ਰੇਨ ਦੇ ਵਿੱਚ, ਉਹ ਕੀ ਆ ਲੋਅਰ ਕਲਾਸ ਦੇ ਵਿੱਚ ਵੀ ਟਰੈਵਲ ਕਰ ਸਕਦੇ ਆ। ਅਤੇ ਇਹ ਰਿਫੋਰਮਸ ਜਿਹੜੇ ਸੀ ਉਹ ਬੈਡ ਇਫੈਕਟ ਕੀਤਾ ਪੀਪਲਸ ਦੇ ਉੱਤੇ। ਉਹ ਅੰਡਰਸਟੂਡ ਨਹੀਂ ਕਰ ਪਾਏ ਵੀ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਰਿਲੀਜੀਅਸ ਮੈਟਰ ਕੀ ਚਾਹੁੰਦੇ, ਉਹ ਧਾਰਮਿਕ ਤੌਰ 'ਤੇ ਕੀ ਚਾਹੁੰਦੇ ਨੇ, ਅਤੇ ਜਿਹੜੇ ਇੰਡੀਅਨ ਸੀਗੇ ਉਹਨਾਂ ਨੇ ਇਸ ਖਿਲਾਫ ਜਿਹੜਾ ਬ੍ਰਿਟਿਸ਼ ਅੰਪਾਇਰ ਸੀਗਾ ਉਹਨਾਂ ਦੇ ਉੱਤੇ ਕੀ ਆ ਜਿਹੜਾ ਵਿਦਰੋਹ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਆਇਆ ਪ੍ਰੋਗਮੈਂਸੀਟੇਸ਼ਨ ਆਫ ਟੂ ਦੀ ਕ੍ਰਿਸਚੈਨਿਟੀ, ਵੀ ਹੁਣ ਕੀ ਆ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਕੀ ਆ ਆਪਣੇ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ, ਵੀ ਜਿਹੜੇ ਬੈਨੀ ਕ੍ਰਿਸਚਨ ਜਿਹੜੇ ਮਿਲਨਰਸ ਸੀਗੇ ਵੀ ਜਾਣੀ ਕਿ ਕਈ ਜਿਹੜੇ ਉਹਦੇ ਭਿਕਸ਼ੂ ਹੁੰਦੇ ਆ ਉਹ ਉੱਥੇ ਆਏ ਅਤੇ ਬ੍ਰਿਟਿਸ਼ ਅੰਪਾਇਰ ਉਹਦੇ ਕੋਲ ਸੀਗਾ, ਤਾਂ ਉਹਨਾਂ ਨੇ ਕਨਵਿੰਸ ਕਰਨਾ ਸਟਾਰਟ ਕੀਤਾ ਲੋਕਾਂ ਨੂੰ ਵੀ ਤੁਸੀਂ ਕੀ ਆ ਈਸਾਈ ਧਰਮ ਨੂੰ ਅਪਣਾਓ। ਤਾਂ ਲੋਕ ਜਿਹੜੇ ਸੀਗੇ ਉੱਥੇ ਜਿਹੜੇ ਸੀਗੇ ਤਾਂ ਈਸਾਈ ਧਰਮ ਨੂੰ ਅਪਣਾਉਣਾ ਸ਼ੁਰੂ ਕੀਤਾ, ਅਤੇ ਕ੍ਰਿਸਚਨ ਲੋਕ ਜਿਹੜਾ ਧਰਮ ਨੂੰ ਅਪਣਾ ਲੈਂਦੇ ਸੀ ਤਾਂ ਉਹਨਾਂ ਨੂੰ ਹਾਈ ਪੋਸਟ ਦਿੱਤੀ ਜਾਂਦੀ ਸੀ, ਉਹਨਾਂ ਨੂੰ ਪ੍ਰਾਪਰਟੀਆਂ ਵੀ ਗਿਫਟ ਕੀਤੀਆਂ ਜਾਂਦੀਆਂ ਸੀਗੀਆਂ। ਅਤੇ ਇਸ ਕਰਕੇ ਜਿਹੜੇ ਇਹ ਚੀਜ਼ਾਂ ਸ਼ੋਅ ਕਰ ਰਹੇ ਸੀ ਵੀ ਜਿਹੜੇ ਹਿੰਦੂ ਨੇ ਅਤੇ ਮੁਸਲਿਮ ਰੀਜਨ ਨੇ ਉਹਨਾਂ ਨੂੰ ਆਪਣੇ ਕੀ ਆ ਡਿਸਰਿਸਪੈਕਟ ਸ਼ੋਅ ਹੋਈ ਵੀ ਸਾਡਾ ਕੀ ਆ ਸਤਿਕਾਰ ਨਹੀਂ ਕੀਤਾ ਜਾ ਰਿਹਾ, ਅਤੇ ਬ੍ਰਿਟਿਸ਼ ਜਿਹੜੇ ਨੇ ਉਹ ਕ੍ਰਿਸਚਨ ਧਰਮ ਨੂੰ ਅਪਣਾ ਰਹੇ ਨੇ ਅਤੇ ਉਹਨੂੰ ਵਧਾ ਰਹੇ ਨੇ। ਤਾਂ ਇਹ ਪ੍ਰੋਬਲਮ ਨੂੰ ਸੌਰਟ ਆਊਟ ਕਰਨ ਦੇ ਲਈ ਵੀ ਜਿਹੜੇ ਇੰਡੀਅਨ ਸੀਗੇ ਉਹਨਾਂ ਨੇ ਵਿਦਰੋਹ ਕਰ ਦਿੱਤਾ ਬ੍ਰਿਟਿਸ਼ ਦੇ ਖਿਲਾਫ। ਨੈਕਸਟ ਆਇਆ ਥਰਡ ਰੀਜ਼ਨ ਆਇਆ ਇਲ ਟ੍ਰੀਟਮੈਂਟ ਆਫ ਦੀ ਇੰਡੀਅਨਸ, ਵੀ ਜਿਹੜੇ ਇੰਡੀਅਨ ਸੀਗੇ ਉਹਨਾਂ ਨੂੰ ਇਲ ਟ੍ਰੀਟ ਕੀਤਾ ਜਾਂਦਾ ਸੀ। ਉਦੋਂ ਬ੍ਰਿਟਿਸ਼ਰ ਜਿਹੜੇ ਸੀਗੇ ਉਹ ਇਨਸਲਟ ਕਰ ਦਿੰਦੇ ਸੀ ਇੰਡੀਅਨ ਸੀ, ਦੇ ਸ਼ੁੱਡ ਹੈਵ ਟੂ ਬੀ ਰਿਸਟ੍ਰਿਕਟਡ। ਉਹਨਾਂ ਨੇ ਕਈ ਏਰੀਆ ਦੇ ਵਿੱਚ ਜਿਹੜੇ ਇੰਡੀਅਨ ਸੀਗੇ ਉਹਨਾਂ ਨੂੰ ਰਿਸਟ੍ਰਿਕਟ ਕੀਤਾ ਹੋਇਆ ਸੀ, ਉਹ ਡਿਸਕ੍ਰਿਮੀਨੇਸ਼ਨ ਕਰਦੇ ਸੀ ਪਬਲਿਕ ਪਲੇਸਾਂ ਦੇ ਉੱਤੇ, ਸਿਨੇਮਾ ਥੀਏਟਰ ਦੇ ਉੱਤੇ। ਤਾਂ ਕਰਕੇ ਜਿਹੜੀਆਂ ਇਹ ਬਗਾਵਤ ਜਿਹੜੀਆਂ ਸ਼ੁਰੂ ਹੋਈਆਂ ਬ੍ਰਿਟਿਸ਼ ਦੇ ਖਿਲਾਫ। ਨੈਕਸਟ ਆਇਆ ਇਕਨੋਮਿਕ ਰੀਜ਼ਨ, ਵੀ ਜਿਹੜੇ ਆਰਥਿਕ ਨੀਤੀਆਂ ਸੀਗੀਆਂ। ਫਿਰ ਆਇਆ ਨਿਊਰੇਸ਼ਨਸ ਆਫ ਦੀ ਇੰਡੀਅਨ ਟ੍ਰੇਡ ਐਂਡ ਇੰਡਸਟਰੀ, ਵੀ ਜਿਹੜੀਆਂ ਇੰਡੀਅਨ ਟ੍ਰੇਡ ਅਤੇ ਉਹਦੀਆਂ ਇੰਡਸਟਰੀਆਂ ਸੀ ਉਹਨਾਂ ਨੂੰ ਕੀ ਕੀਤਾ ਗਿਆ, ਖਰਾਬ ਕੀਤਾ ਗਿਆ, ਜਾਂ ਉਹਨਾਂ ਨੂੰ ਘੱਟ ਰੇਟ ਦੇ ਉੱਤੇ ਸਾਰਾ ਕੰਮ ਕੀਤਾ ਜਾਂਦਾ ਸੀ। ਹੁਣ ਦੇਖੋ ਕੀ ਸੀਗਾ, ਜਿਹੜੇ ਬ੍ਰਿਟਿਸ਼ਰ ਸੀਗੇ ਜਦੋਂ ਇੰਡੀਆ ਦੇ ਵਿੱਚ ਆਏ ਉਹ ਸਿਰਫ ਵਪਾਰ ਦੇ ਨਾਮ 'ਤੇ ਆਏ, ਅਤੇ ਉਹਨਾਂ ਨੇ ਟਰੇਡ ਕਰਨ ਦੇ ਲਈ ਰॉ ਮਟੀਰੀਅਲ ਯੂਜ਼ ਕੀਤਾ, ਜਿਹੜਾ ਕਾਟਨ ਸੀਗਾ, ਜੂਟ ਸੀਗਾ, ਉਹ ਇੰਡੀਆ ਤੋਂ ਬੜੇ ਸਸਤੇ ਰੇਟ ਦੇ ਉੱਤੇ ਲੈ ਕੇ ਜਾਂਦੇ ਸੀਗੇ, ਅਤੇ ਉਹਨੂੰ ਫਿਨਿਸ਼ ਕਰਕੇ ਜਿਹੜੀਆਂ ਗੁੱਡਸ ਬਣਾ ਕੇ ਉਹ ਫੈਕਟਰੀਆਂ ਵਿੱਚ ਇੰਗਲੈਂਡ ਦੇ ਉੱਤੇ ਹਾਈ ਰੇਟ ਦੇ ਉੱਤੇ ਵੇਚਦੇ ਸੀ, ਅਤੇ ਇਹਦੇ ਨਾਲ ਉਹ ਕੀ ਆ ਬਹੁਤ ਜ਼ਿਆਦਾ ਪ੍ਰੋਫਿਟ ਕਮਾ ਰਹੇ ਸੀ ਉਸ ਸਮੇਂ। ਅਤੇ ਉਸ ਸਮੇਂ ਇਹ ਪ੍ਰੋਫਿਟ ਜ਼ਿਆਦਾ ਕਮਾ ਰਹੇ ਸੀਗੇ, ਅਤੇ ਇਹ ਜਿਹੜਾ ਸਟਾਰਟ ਹੋਇਆ ਇੰਡੀਆ ਦੇ ਵਿੱਚੋਂ ਜਿਹੜਾ ਡਰੇਨ ਹੋਇਆ ਵੈਲਥ ਦਾ ਇੰਗਲੈਂਡ ਦੇ ਵੱਲ, ਜਾਣੀ ਕਿ ਇਹ ਪਹਿਲਾ ਪੁਆਇੰਟ ਹੋਇਆ ਜਿਹਦੇ ਨਾਲ ਕੀ ਹੋਇਆ ਇੰਡੀਆ ਦੀ ਜਿਹੜੀ ਧਨ ਸੀਗਾ ਉਹ ਇੰਗਲੈਂਡ ਦੇ ਵਿੱਚ ਜਾਣਾ ਸ਼ੁਰੂ ਹੋਇਆ। ਉਹਨਾਂ ਨੇ ਕਈ ਤਰ੍ਹਾਂ ਦੇ ਟੈਰਿਫ ਪੁੱਟ ਕੀਤੇ ਸੀ, ਕਈ ਤਰ੍ਹਾਂ ਦੇ ਟੈਕਸ ਲਾਏ ਸੀ ਇੰਡੀਆ ਦੇ ਟਰੇਡ ਦੇ ਉੱਤੇ ਜੇਕਰ ਕੋਈ ਬਾਹਰ ਕਰਦਾ, ਅਤੇ ਇੰਡੀਅਨ ਇੰਡਸਟਰੀਆਂ ਜਿਹੜੀਆਂ ਸੀਗੀਆਂ ਉਹਦੀਆਂ ਟਰੇਡ ਜਿਹੜਾ ਸੀਗਾ ਉਹ ਖਰਾਬ ਹੋਣ ਲੱਗਿਆ, ਖਤਮ ਹੋਣ ਲੱਗਿਆ। ਤਾਂ ਕਰਕੇ ਜਿਹੜੇ ਇੰਡੀਅਨ ਸੀਗੇ ਉਹ ਬ੍ਰਿਟਿਸ਼ਰ ਦੇ ਖਿਲਾਫ ਆ ਗਏ। ਦੂਜਾ ਸੀਗਾ ਡਿਸਕ੍ਰਿਮੀਨੇਸ਼ਨ ਆਨ ਦੀਆਂ ਗੌਰਮੈਂਟ ਜੋਬ, ਵੀ ਜਿਹੜੀਆਂ ਗੌਰਮੈਂਟ ਜੋਬ ਸੀਗੀਆਂ ਉਹਨਾਂ ਵਿੱਚ ਅੰਗਰੇਜ਼ ਜਿਹੜੇ ਸੀਗੇ ਉਹ ਇੰਡੀਅਨ ਲੋਕਾਂ ਦੇ ਨਾਲ ਕਾਫੀ ਡਿਸਕ੍ਰਿਮੀਨੇਸ਼ਨ ਕਰਦੇ ਸੀ, ਵੀ ਜਦੋਂ ਬ੍ਰਿਟਿਸ਼ ਰੂਲ ਸੀਗਾ ਤਾਂ ਇੰਡੀਅਨਸ ਜਿਹੜੇ ਸੀਗੇ ਉਹ ਹਾਇਰ ਪੋਸਟ ਦੇ ਉੱਤੇ ਕਦੇ ਵੀ ਜੁਆਇਨ ਨਹੀਂ ਕਰ ਪਾਉਂਦੇ ਸੀਗੇ, ਅਤੇ ਇੰਡੀਅਨ ਜਿਹੜੇ ਸੀਗੇ ਉਹਨਾਂ ਨੂੰ ਲੋਅਰ ਸੈਲਰੀ ਦਿੱਤੀ ਜਾਂਦੀ ਸੀ ਇੰਗਲਿਸ਼ਮੈਨ ਦੇ ਅੰਗੇਂਸਟ। ਤਾਂ ਕਰਕੇ ਜਿਹੜੇ ਇੰਡੀਅਨ ਲੋਕ ਸੀਗੇ ਉਹ ਅੰਗੇਜਡ ਹੋ ਗਏ ਬ੍ਰਿਟਿਸ਼ਰ ਦੇ ਵੀ ਅਸੀਂ ਕੀ ਆ ਬ੍ਰਿਟਿਸ਼ ਰੂਲ ਦੇ ਅੰਗੇਂਸਟ ਨਹੀਂ ਰਹਿਣਾ ਹੈਗਾ। ਥਰਡ ਕਾਰਨ ਆਇਆ ਮਿਲਟਰੀ ਕਾਜ਼ਿਸ, ਵੀ ਜਿਹੜੇ ਇੰਡੀਆ ਦੇ ਸ਼ੋਲਜਰ ਸੀਗੇ ਉਹ ਜ਼ਿਆਦਾਤਰ ਲੋ ਸੈਲਰੀ ਦੇ ਉੱਤੇ ਬ੍ਰਿਟਿਸ਼ ਸ਼ੋਲਜਰ ਦੇ ਉੱਤੇ ਕੰਮ ਕਰਦੇ ਸੀਗੇ, ਅਤੇ ਇੰਡੀਅਨ ਸ਼ੋਲਜਰ ਜਿਹੜੇ ਸੀਗੇ ਉਹ ਸਿਰਫ ਸੂਬੇਦਾਰ ਇੱਕ
ਪੋਸਟ ਸੀਗੀ ਉੱਥੇ ਤੱਕ ਹੀ ਪਹੁੰਚ ਸਕਦੇ ਸੀ, ਉਦੋਂ ਹਾਇਰ ਪੋਸਟ ਦੇ ਉੱਤੇ ਕਦੀ ਪਹੁੰਚੇ ਹੀ ਨਹੀਂ। ਅਤੇ 1856 AD ਦੇ ਵਿੱਚ ਜਿਹੜਾ ਕਾਰਨਿਕ ਸੀਗਾ ਉਹਨੇ ਕੀ ਹੈ ਇੱਕ ਐਕਟ ਪਾਸਡ ਕੀਤਾ ਜਿਹਦੇ ਵਿੱਚ ਜਿਹੜੇ ਇੰਡੀਅਨ ਸ਼ੋਲਜਰ ਸੀਗੇ ਉਹਨਾਂ ਨੂੰ ਸੈਂਡ ਕੀਤਾ ਜਾਂਦਾ ਸੀਗਾ ਸਮੁੰਦਰੀ ਰਸਤਿਆਂ ਨਾਲ ਕਈ ਹੋਰ ਪਲੇਸਾਂ ਦੇ ਉੱਤੇ, ਤਾਂ ਜੋ ਕੀ ਆ ਉਹ ਦੂਜੀਆਂ ਜਿਹੜੀਆਂ ਲੜਾਈਆਂ ਚੱਲ ਰਹੀਆਂ ਸੀ ਅੰਗਰੇਜ਼ਾਂ ਦੀਆਂ, ਜਿਵੇਂ ਵਰਲਡ ਵਾਰ ਚੱਲ ਰਹੀ ਸੀ, ਤਾਂ ਉੱਥੇ ਜਾ ਕੇ ਉਹਨਾਂ ਦੇ ਨਾਲ ਪਾਰਟੀਸਪੇਟ ਕਰਨਗੇ। ਅਤੇ ਜਿਹੜੇ ਇੰਡੀਆ ਜਿਹੜੇ ਕ੍ਰੋਸਿੰਗ ਸੀਗਾ ਜਿਹੜਾ ਇੰਡੀਅਨ ਸ਼ੋਲਜਰ ਸੀਗੇ ਉਹ ਇਸ ਚੀਜ਼ ਦੇ ਵਿਰੋਧ ਸੀਗੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਅਸੀਂ ਆਪਣੇ ਧਰਮ ਦਾ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੇ। ਅਤੇ ਉਹਨਾਂ ਨੂੰ ਇਸ ਚੀਜ਼ ਦਾ ਵੀ ਡਰ ਰਹਿੰਦਾ ਹੁੰਦਾ ਸੀ ਕਿ ਇਹ ਮੌਸਮ ਖਰਾਬ ਹੋ ਜਾਏਗਾ ਅਤੇ ਅਸੀਂ ਦੂਸਰੀ ਕੰਟਰੀ ਦੇ ਵਿੱਚ ਕਿਵੇਂ ਰਹਾਂਗੇ। ਤਾਂ ਇਸ ਫੀਅਰ ਦੇ ਕਰਕੇ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਉਹਨਾਂ ਨੂੰ ਕਦੇ ਵੀ ਕ੍ਰਿਸਚਨ ਨਹੀਂ ਬਣਾ ਸਕੇ, ਅਤੇ ਉਹ ਚਾਹੁੰਦੇ ਸੀ ਵੀ ਇਹਨਾਂ ਨੂੰ ਕ੍ਰਿਸਚਨ ਬਣਾ ਕੇ ਇਹ ਚੀਜ਼ਾਂ ਕੀਤੀਆਂ ਜਾਣ। 1857 ਦੇ ਵਿੱਚ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਆਪਣੇ ਸ਼ੋਲਜਰਸ ਨੂੰ ਨਿਊ ਰਾਈਫਲਸ ਦਿੱਤੀਆਂ ਅਤੇ ਉਹਨਾਂ ਨੂੰ ਕਾਰਟੂਸ ਵੀ ਦਿੱਤੇ ਗਏ ਜਿਹਨੂੰ ਉਹ ਦੰਦਾਂ ਨਾਲ ਕੱਟ ਕੇ ਫਿਰ ਉਹਨੂੰ ਲੋਡ ਕਰਕੇ ਫਿਰ ਸੁੱਟਣਾ ਹੁੰਦਾ ਸੀ। ਜਿਹੜਾ ਇਹ ਬੋਂਬ ਸੀਗਾ, ਜਾਂ ਤੁਸੀਂ ਕਹਿ ਦਿਓ ਵੀ ਜਿਹੜੇ ਕਾਰਟੂਸ ਸੀਗੇ ਉਹ ਕੀ ਸੀਗੇ, ਕਾਓ ਅਤੇ ਪਿਗ ਦੀ ਜਿਹੜੀਆਂ ਚਰਬੀ ਹੁੰਦੀਆਂ ਨੇ ਉਹਨਾਂ ਤੋਂ ਬਣੇ ਹੋਏ ਸੀਗੇ। ਤਾਂ ਇਹ ਸਭ ਤੋਂ ਜਿਹੜਾ ਹਿੰਦੂ ਅਤੇ ਮੁਸਲਿਮ ਜਿਹੜੇ ਸ਼ੋਲਜਰ ਸੀਗੇ ਉਹਨਾਂ ਦੀ ਰਿਲੀਜੀਅਸ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਸੀ, ਤਾਂ ਕਰਕੇ ਉਹਨਾਂ ਨੇ ਕੀ ਕੀਤਾ ਬ੍ਰਿਟਿਸ਼ਰ ਦੇ ਖਿਲਾਫ ਬਗਾਵਤ ਛੇੜ ਦਿੱਤੀ। ਫਿਰ ਇਹ ਤੋਂ ਬਾਅਦ ਜਿਹੜੇ ਸ਼ੋਲਜਰ ਸੀਗੇ ਆਰਮੀ ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਉਹ ਨਹੀਂ ਚਾਹੁੰਦੇ ਸੀਗੇ ਵੀ ਜਿਹੜੇ ਇਹ ਦੋਹੀ ਨੇ ਹਿੰਦੂ ਅਤੇ ਮੁਸਲਿਮ ਨੇ ਉਹ ਦੋਹੀ ਇੱਕ ਦੂਜੇ ਦੇ ਭਰਾ ਇਕੱਠੇ ਹੋ ਕੇ ਰਹਿ ਸਕਣ। ਤਾਂ ਉਹਨਾਂ ਨੇ ਕੀਥ ਨੀਥ ਜਿਹੜੀ ਇੰਪਲਾਇਡ ਆਰਮੀ ਸੀਗੀ ਉਹ ਬਣਾਈ ਤਾਂ ਜੋ ਕੀ ਆ ਉਹਨਾਂ ਨੂੰ ਅਲੱਗ-ਅਲੱਗ ਰੱਖਿਆ ਜਾ ਸਕੇ। ਅੱਗੇ ਹੈਗਾ ਇਮੀਡੀਏਟਲੀ ਕਾਜ਼, ਕਿਹੜੇ ਰੀਜ਼ਨ ਸੀਗੇ ਜਿਹਦੇ ਕਰਕੇ ਸੈਨਾ ਬਗਾਵਤ ਛੇਤੀ ਛਿੜੀ। ਪਹਿਲਾ ਹੈਗਾ ਗਰੂਸਡ ਕਾਰਟੂਸਟ, ਵੀ ਜਿਹੜੇ ਕਾਰਟੂਸ ਜਾਂ ਗਰਨੇਡ ਸੀਗੇ ਉਹਨਾਂ ਨੂੰ ਦਿੱਤਾ ਗਿਆ ਸ਼ੋਲਜਰਸ ਨੂੰ, ਇੰਡੀਅਨ ਸ਼ੋਲਜਰਸ ਨੂੰ। ਜਿਹੜੇ ਇੰਡੀਅਨ ਸ਼ੋਲਜਰ ਸੀਗੇ ਉਸ ਚੀਜ਼ ਦੇ ਨਾਲ ਸਰਟੀਫਾਈ ਨਹੀਂ ਸੀਗੇ, ਉਹਨਾਂ ਕੋਲ ਇੱਕ ਓਪਰਚੁਨਿਟੀ ਮਿਲ ਗਈ ਵੀ ਅਸੀਂ ਕੀ ਆ ਅੰਗਰੇਜ਼ੀ ਖਿਲਾਫ ਬਗਾਵਤ ਛੇੜ ਸਕਦੇ ਹਾਂ ਜਾਂ ਰਿਵੈਂਜ ਕਰ ਸਕਦੇ ਹਾਂ। ਉਹਨਾਂ ਨੇ ਉਹ ਕਾਰਟੂਸ ਜਿਹੜੇ ਸੀਗੇ ਉਹ ਕੀ ਆ ਉਹਨਾਂ ਨੂੰ ਆਪਣੇ ਦੰਦਾਂ ਨਾਲ ਛਿੱਲਣੇ ਪੈਂਦੇ ਸੀਗੇ, ਅਤੇ ਜਿਹੜੇ ਰਾਈਫਲ ਸੀਗੀਆਂ ਉਹਨੂੰ ਲੋਡ ਕਰਨ ਦੇ ਲਈ ਉਹ ਕਾਰਟੂਸ ਨੂੰ। ਅਤੇ ਫਿਰ ਕੀ ਸੀਗਾ ਉਹ ਜਿਹੜੇ ਕਾਰਟੂਸ ਸੀਗੇ ਉਹ ਚਰਬੀ ਤੋਂ ਬਣੇ ਹੋਏ ਸੀਗੇ, ਕਾਓ ਅਤੇ ਪਿਗਸ ਦੀ ਫੈਟ ਤੋਂ। ਤਾਂ ਕਰਕੇ ਜਿਹੜੇ ਹਿੰਦੂ ਮੁਸਲਿਮ ਸੀਗੇ ਉਹਨਾਂ ਦੋਹਾਂ ਨੂੰ ਇਸ ਚੀਜ਼ ਦੇ ਨਾਲ ਪ੍ਰੋਬਲਮ ਸੀਗੀ ਅਤੇ ਉਹ ਨਹੀਂ ਚਾਹੁੰਦੇ ਸੀ ਵੀ ਅਸੀਂ ਇਹ ਚੀਜ਼ਾਂ ਕਰੀਏ। ਤਾਂ ਫਿਰ ਮੰਗਲ ਪਾਂਡੇ ਨਾਮ ਦਾ ਇੱਕ ਪਰਸਨ ਸੀਗਾ ਜਿਹੜਾ ਕਿ ਇੱਕ ਸ਼ੋਲਜਰ ਸੀਗਾ, ਉਹਨੇ ਇਹ ਕਰਨ ਤੋਂ ਪਹਿਲੀ ਵਾਰ ਰਿਫਿਊਜ਼ ਕੀਤਾ। ਉਹ ਸੀਗਾ ਔਨ 9 ਮਾਰਚ 1857 ਦੇ ਵਿੱਚ ਉਹਨੇ ਪਹਿਲੀ ਵਾਰ ਇਹ ਰਿਫਿਊਜ਼ਲ ਕੀਤਾ ਗਿਆ, ਤਾਂ ਬ੍ਰਿਟਿਸ਼ ਆਫਿਸਰ ਨੇ ਉਹਨਾਂ ਨੂੰ ਮਰਵਾ ਦਿੱਤਾ। ਉਸ ਤੋਂ ਬਾਅਦ ਜਿਹੜੀ ਇਹ ਬਗਾਵਤ ਆ ਇਹ ਸ਼ੁਰੂ ਹੋਈ। ਨੈਕਸਟ ਹੈਗਾ ਵਾ ਦਿਖਾਇਆ ਗਿਆ ਮੇਨ ਇਵੈਂਟ ਆਫ ਦੀ ਰਿਵੋਲਟਸ ਆਫ ਟੂ ਦੀ ਬਖਰਪੁਰ ਜਿਹੜਾ ਸੀਗਾ ਉੱਥੇ ਸਭ ਤੋਂ ਪਹਿਲੀ ਰਿਵੋਲਟ ਸਟਾਰਟ ਹੋਈ। ਜਿਹੜੀ ਇਹ ਰਿਵੋਲਟ ਸਟਾਰਟ ਹੋਈ ਸੀ 1857 AD ਦੇ ਵਿੱਚ ਸਟਾਰਟ ਹੋਈ, ਜਿਹੜਾ ਕਿ ਭਖਨਾਪੁਰ ਜਿਹੜੇ ਸੀਗੇ ਉੱਥੇ ਹੋਈ। ਇੱਥੇ ਇੱਕ ਜਿਹੜਾ ਸ਼ੋਲਜਰ ਸੀ ਉਹ ਲੀਡ ਕਰ ਰਿਹਾ ਸੀ, ਨਾਮ ਸੀ ਮੰਗਲ ਪਾਂਡੇ। ਸਾਈਡ ਦੇ ਉੱਤੇ ਉਹਨਾਂ ਦੀ ਪਿਕਚਰ ਬਣੀ ਹੋਈ ਆ, ਤਾਂ ਉਹਨਾਂ ਦੀ ਪਿਕਚਰ ਤੁਸੀਂ ਦੇਖ ਸਕਦੇ ਹੋ। ਅਤੇ ਮੰਗਲ ਪਾਂਡੇ ਜੀ ਨੇ ਰਿਫਿਊਜ਼ ਕਰ ਦਿੱਤਾ ਵੀ ਮੈਂ ਕੀ ਆ ਕੋਈ ਕਾਰਟੂਸ ਨਹੀਂ ਚਲਾਉਣਾ ਹੈਗਾ, ਅਤੇ ਅਦਰ ਜਿਹੜੇ ਸ਼ੋਲਜਰਸ ਨੇ ਉਹ ਸਾਰੇ ਸੇਮ ਨੇ ਅਤੇ ਸਾਰੇ ਉਹਦੇ ਨਾਲ ਸੀਗੇ। ਤਾਂ ਉਹਨਾਂ ਨੂੰ ਕੋਰਟ ਦੇ ਅੰਗੇਂਸਟ ਉਹਨਾਂ ਨੂੰ ਅਰੈਸਟ ਕੀਤਾ ਗਿਆ ਅਤੇ ਬ੍ਰਿਟਿਸ਼ਰ ਆਫਿਸਰ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਤੇ ਉਹਨਾਂ ਨੂੰ ਫਾਂਸੀ ਦੇ ਉੱਤੇ ਚੜ੍ਹਾਇਆ ਗਿਆ। ਅਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ 1857 ਦੇ ਵਿੱਚ ਜਿਹੜਾ ਮੰਗਲ ਪਾਂਡੇ ਸੀਗਾ ਉਹਨਾਂ ਦੀ ਇਹ ਜਿਹੜੀ ਨਿਊਜ਼ ਸੀਗੀ ਉਹ ਸਾਰੇ ਕਿਤੇ ਫੈਲੀ ਅਤੇ ਸਾਰੇ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗਿਆ ਅਤੇ ਸਾਰੇ ਲੋਕਾਂ ਨੇ ਉਹ ਸੀਗੇ ਅੰਗਰੇਜ਼ਾਂ ਦੇ ਖਿਲਾਫ ਹੋ ਗਏ। ਫਿਰ ਹੋਇਆ ਈਵੈਂਟ ਆਫ ਟੂ ਦੀ ਮੇਰਠ ਦੇ ਵਿੱਚ ਇੱਕ ਹੋਰ ਇਵੈਂਟ ਹੋਇਆ ਵੀ ਉੱਥੇ ਨੀਅਰ ਬਾਏ 85 ਜਿਹੜੇ ਸ਼ੋਲਜਰ ਸੀਗੇ ਮੇਰਠ ਦੇ, ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਵੀ ਅਸੀਂ ਕੀ ਆ ਇਹ ਕਾਰਟੂਸ ਨਹੀਂ ਚਲਾਉਣਾ ਹੈਗਾ, ਅਤੇ ਉਹਨਾਂ ਨੂੰ ਇਸ ਚੀਜ਼ ਦੇ ਲਈ ਅਰੈਸਟ ਕੀਤਾ ਗਿਆ ਅਤੇ ਉਹਨਾਂ ਨੂੰ ਪ੍ਰੋਕਰੇਟ ਕੀਤਾ ਗਿਆ, ਯਾਨੀ ਕਿ ਉਹਨਾਂ ਨੂੰ ਇੰਡੀਅਨ ਸ਼ੋਲਜਰ ਦੇ ਵਿੱਚੋਂ ਬਾਹਰ ਕੱਢਿਆ ਗਿਆ। ਅਤੇ ਉਹ ਥਰੂ ਆਊਟ ਦੇ ਉਹ ਫਿਕਸਡ ਹੋ ਗਏ। 31 ਮਈ ਜਿਹੜੀ ਸੀਗੀ ਉਹ ਡੇਟ ਫਿਕਸ ਕੀਤੀ ਗਈ ਵੀ ਅਸੀਂ ਕੀ ਆ ਇੰਡੀਆ ਨੂੰ ਆਜ਼ਾਦ ਕਰਾਉਣ ਦਾ ਵਿਰੋਧ ਸਟਾਰਟ ਕੀਤਾ। ਉਹਨਾਂ ਨੇ ਬਿਨਾਂ ਵੇਟ ਕੀਤੇ ਹੋਏ ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਅਤੇ ਉਹ ਕੀ ਨੇ 10 ਮਈ ਨੂੰ ਉੱਥੋਂ ਬਾਹਰ ਨਿਕਲ ਗਏ। ਅਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਪਣੀ ਜੇਲ੍ਹ ਜਿਹੜੀ ਸੀਗੀ ਉਹ ਤੋੜ ਦਿੱਤੀ। ਅਤੇ ਉਦੋਂ ਬਾਅਦ ਜਿਹੜੇ ਬ੍ਰਿਟਿਸ਼ਰ ਸ਼ੋਲਜਰ ਸੀਗੇ ਉਹਨਾਂ ਦੀ ਫੈਮਿਲੀ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਗਿਆ ਅਤੇ ਉਹਨਾਂ ਦੇ ਘਰ ਨੂੰ ਸਾਰਿਆਂ ਨੇ ਅੱਗ ਲਗਾ ਦਿੱਤੀ, ਅਤੇ ਉਦੋਂ ਬਾਅਦ ਉਹ ਕੀ ਆ ਦਿੱਲੀ ਵੱਲ ਨੂੰ ਚੱਲ ਪਏ ਸੀਗੇ। ਨੈਕਸਟ ਹੈਗਾ ਈਵੈਂਟ ਆਫ ਦਿੱਲੀ। ਜਿਹੜੇ ਹੁਣ ਦਿੱਲੀ ਦੇ ਵਿੱਚ ਕੀ ਇਵੈਂਟ ਹੋਇਆ ਆਫਟਰ ਜਿਹੜਾ ਮੇਰਠ ਦੇ ਵਿੱਚ ਜਿਹੜਾ ਕਾਂਡ ਹੋਇਆ, ਉਦੋਂ ਬਾਅਦ ਜਿਹੜੇ ਇੰਡੀਅਨ ਸ਼ੋਲਜਰ ਸੀਗੇ ਉਹ ਰੀਚ ਕਰ ਗਏ 11 ਮਈ ਨੂੰ 1857 ਨੂੰ ਦਿੱਲੀ ਦੇ ਵਿੱਚ। ਅਤੇ ਜਿਹੜੇ ਬ੍ਰਿਟਿਸ਼ ਕਮਾਂਡਰ ਜਿਹੜੇ ਸੀਗੇ ਉਹਨਾਂ ਨੇ ਰਿਪਲਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਅਸਫਲ ਰਹੇ। ਦੀ ਕਾਰਨੀਅਲ ਅਤੇ ਜਿਹੜੇ ਅਦਰ ਬ੍ਰਿਟਿਸ਼ ਆਫਿਸਰ ਸੀਗੇ ਉਹਨਾਂ ਨੂੰ ਮਾਰ ਦਿੱਤਾ ਗਿਆ, ਅਤੇ ਇੰਡੀਅਨ ਜਿਹੜੇ ਸ਼ੋਲਜਰ ਸੀਗੇ ਉਹਨਾਂ ਨੇ ਰੈੱਡ ਫੋਰਟ ਜਿਹੜਾ ਲਾਲ ਕਿਲ੍ਹਾ ਸੀ ਉਹਨੂੰ ਕੀ ਆ ਉੱਥੇ ਆਪਣੀ ਬਾਦਸ਼ਾਹ ਜਿਹੜੀ ਸੀ ਜਾਂ ਆਪਣਾ ਕਬਜ਼ਾ ਸੀ ਉਹ ਕਰ ਲਿਆ, ਅਤੇ ਉਹਨਾਂ ਨੇ ਬਹਾਦਰ ਸ਼ਾਹ ਜ਼ਫਰ ਨੂੰ ਜਿਹੜਾ ਸੀਗਾ ਉੱਥੇ ਦਾ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਗਿਆ। ਇਹ ਮੂਵਮੈਂਟ ਜਿਹੜੀ ਸੀ ਹੌਲੀ ਹੌਲੀ ਬੜੀ ਤੇਜ਼ੀ ਨਾਲ ਵੱਧਦੀ ਗਈ, ਅਤੇ ਇਹਦੇ ਵਿੱਚ ਜਿਹੜਾ ਅਲੀਗੜ੍ਹ ਅਤੇ ਇਟਾਵਾ ਜਿਹੜਾ ਅਤੇ ਮਨੀਪੁਰ
ਤੇ ਬੁਲਖੇਂਦ ਖੰਡ ਇੱਥੇ ਤੱਕ ਇਹ ਪਹੁੰਚ ਗਈ ਤੇ ਇਹ ਰਿਵਾਲਟ ਜਿਹੜੀ ਸੀਗੀ ਹੁਣ ਅੱਗੇ ਤੱਕ ਵੀ ਫੈਲਦੀ ਗਈ, ਜਿਵੇਂ ਕਾਨਪੁਰ, ਲਖਨਊ ਤੇ ਝਾਂਸੀ ਤੇ ਬਿਹਾਰ, ਇੱਥੇ ਤੱਕ ਕਈ ਜਗ੍ਹਾ 'ਤੇ ਇੱਕ ਫੈਲੀ। ਤੇ ਇਹ ਜਿਹੜੀ ਮੂਵਮੈਂਟ ਸੀਗੀ ਹੁਣ ਜ਼ਿਆਦਾਤਰ ਇਫੈਕਟ ਕਰ ਰਹੀ ਸੀ ਪੰਜਾਬ ਤੇ ਰਾਜਸਥਾਨ ਨੂੰ ਵੀ। ਤੇ ਜਿਹੜੇ ਜਨਰਲ ਸੀਗੇ, ਜਨਰਲ ਨਿਕਲੋਸਨਸ, ਉਹਨਾਂ ਦੀ ਹੈਲਪ ਦੇ ਨਾਲ ਜਿਹੜੇ ਸਿੱਖ ਸੋਲਜਰ ਸੀਗੇ ਉਹਨਾਂ ਨੇ ਦਿੱਲੀ ਦੇ ਉੱਤੇ ਆਕੂਪਾਈਡ ਕਰ ਲਿਆ 11 ਸਤੰਬਰ ਨੂੰ। ਬਹਾਦਰ ਸ਼ਾਹ ਜ਼ਫਰ ਜਿਹੜੇ ਸੀਗੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੈਂਡ ਕਰ ਦਿੱਤਾ ਗਿਆ ਰੰਗੂਨ ਦੇ ਵਿੱਚ। ਤੇ ਉਦੋਂ ਬਾਅਦ ਸਮ ਟਾਈਮ ਜਿਹੜੇ ਬਹਾਦਰ ਸ਼ਾਹ ਜ਼ਫਰ ਸੀਗੇ ਉੱਥੇ ਰਹੇ ਤੇ ਉਦੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਰੈਂਕ ਜਿਹੜਾ ਸੀਗਾ ਮੁਗਲ ਅੰਪਾਇਰ ਹੁਣ ਕੀ ਸੀਗਾ ਉਹ ਖਤਮ ਹੋ ਚੁੱਕਿਆ ਸੀ, ਕਿਉਂਕਿ ਉਹ ਇਕੱਲੇ ਹੀ ਸੀਗੇ। ਤੇ ਇਸ ਸ਼ਾਟ ਦੇ ਵਿੱਚ ਉਹਨਾਂ ਦੇ 2 ਸਨ ਜਿਹੜੇ ਸੀਗੇ ਉਹ ਵੀ ਮਾਰੇ ਗਏ ਸੀਗੇ, ਤਾਂ ਕਰਕੇ ਹੁਣ ਕੋਈ ਵੀ ਬਾਦਸ਼ਾਹ ਨਹੀਂ ਰਿਹਾ ਸੀ ਮੁਗਲ ਦਾ ਤੇ ਮੁਗਲ ਅੰਪਾਇਰ ਦਾ ਐਂਡ ਹੋ ਚੁੱਕਿਆ ਸੀਗਾ। ਆ ਦਿਖਾਏ ਗਏ ਨੇ ਵੀ ਕਿੱਥੇ ਕਿੱਥੇ ਜ਼ਿਆਦਾਤਰ ਇਹ ਜਿਹੜੀ ਰਿਵੋਲਟ ਸੀਗੀ। ਇਹ ਜ਼ਿਆਦਾਤਰ ਰਿਵੋਲਟ ਕੀ ਸੀਗੀ, ਸਾਊਥ ਦੇ ਵਿੱਚ ਨਹੀਂ ਪਹੁੰਚ ਸਕੀ। ਸਾਊਥ ਦਾ ਜਿਹੜਾ ਏਰੀਆ ਸੀਗਾ ਸਿਰਫ 2 ਜਾਂ 3 ਏਰੀਏ ਸੀਗੇ, ਬਾਕੀ ਜਿਹੜਾ ਇੱਧਰਲਾ ਸਾਈਡ ਸੀਗਾ ਸਾਊਥ ਦਾ ਨੀਚੇ ਤੱਕ ਉੱਥੇ ਤੱਕ ਇਹ ਕਿਤੇ ਵੀ ਨਹੀਂ ਪਹੁੰਚ ਸਕੀ। ਸਿਰਫ ਨਾਰਥ ਇੰਡੀਆ ਤੇ ਨਾਰਥ ਵੈਸਟ ਤੇ ਨਾਰਥ ਈਸਟ ਇੱਥੇ ਪਾਰਟ ਤੱਕ ਹੀ ਰਹਿ ਸਕਿਆ ਤੇ ਉਦੋਂ ਗਾਹਾਂ ਤੱਕ ਆ ਨਹੀਂ ਸਕਿਆ। ਜਿਵੇਂ ਦਿਖਾਇਆ ਗਿਆ ਮੇਰਠ ਸੀਗਾ, ਅਲੀਗੜ੍ਹ ਸੀਗਾ, ਇਟਾਹਗੜ੍ਹ ਸੀਗਾ, ਦਿੱਲੀ ਸੀਗਾ, ਮਨੀਪੁਰ ਸੀਗਾ, ਮਨੀਪੁਰ, ਇਟਾਵਾ, ਕੋਟਾ, ਝਾਂਸੀ, ਇੰਦੌਰ, ਇਹ ਸਾਰੀਆਂ ਜਿਹੜੀਆਂ ਪਲੇਸਿਸ ਸੀਗਾ, ਜੋਧਪੁਰ, ਇਹ ਸਾਰੀਆਂ ਸਿਰਫ ਇੱਥੇ ਤੱਕ ਹੀ ਰਿਵੋਲਟ ਜਿਹੜੀ ਸੀ ਉੱਥੇ ਤੱਕ ਹੀ ਰਹਿ ਸਕੀ, ਉਦੋਂ ਅੱਗੇ ਤੱਕ ਨਹੀਂ ਜਾ ਸਕੀ। ਇਹ ਤੁਸੀਂ ਦੇਖ ਸਕਦੇ ਹੋ ਆਪਣੀ ਬੁੱਕਸ ਦੇ ਉੱਤੇ ਵੀ। ਨੈਕਸਟ ਹੈਗਾ ਈਵੈਂਟ ਆਫ ਕਾਨਪੁਰ। ਹੁਣ ਜਿਹੜਾ ਕਾਨਪੁਰ ਦੇ ਵਿੱਚ ਕੀ ਈਵੈਂਟ ਹੋਇਆ, ਨਾਨਾ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਵੀ ਹੈਲਪ ਕੀਤੀ। ਜਿਹੜੇ ਫੇਮਸ ਜਨਰਲ ਸੀਗੇ ਤਾਤੀਆ ਤੋਪੇ, ਜਿਹੜੇ ਕਿ ਉਸ ਸਮੇਂ ਲੀਡ ਕਰ ਰਹੇ ਸੀਗੇ ਕਾਨਪੁਰ ਦੇ ਵਿੱਚ, ਤੇ ਉਹਨਾਂ ਨੇ ਕਈ ਬ੍ਰਿਟਿਸ਼ ਆਫੀਸਰ ਨੂੰ ਮਾਰ ਦਿੱਤਾ। ਤੇ 17 ਜੁਲਾਈ 1857 ਦੇ ਵਿੱਚ ਜਿਹੜੇ ਜਨਰਲ ਹੈਵਲੌਕ ਸੀਗੇ ਉਹਨੂੰ ਡਿਫੀਟ ਕੀਤਾ ਗਿਆ ਤਾਤੀਆ ਤੋਪੇ ਨੇ, ਤੇ ਅਗੇਨ ਉਹਨਾਂ ਨੇ ਆਕੂਪਾਈਡ ਕਰ ਲਿਆ ਕਾਨਪੁਰ ਨੂੰ ਨੇ। ਤੇ ਜਿਹੜੇ ਨਾਨਾ ਸਾਹਿਬ ਸੀਗੇ ਉਹਨਾਂ ਨੂੰ ਕੀ ਆ ਨੇਪਾਲ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਦੋਂ ਬਾਅਦ ਉਹਨਾਂ ਨੂੰ ਗਲਿਪਸਮ ਦਿੱਤੇ ਗਏ ਤੇ ਤਾਤੀਆ ਤੋਪੇ ਨੇ ਫਿਰ ਕੀ ਆ ਝਾਂਸੀ ਰਾਣੀ ਨੂੰ ਵੀ ਆਕੂਪਾਈਡ ਕਰ ਲਿਆ ਤੇ ਹੁਣ ਜਿਹੜੇ ਨਾਨਾ ਸਾਹਿਬ ਸੀਗੇ ਉਹ ਉੱਥੇ ਹੁਣ ਰਾਜ ਕਰਨ ਲੱਗ ਗਏ ਸੀਗੇ। ਨੈਕਸਟ ਹੈਗਾ ਈਵੈਂਟ ਆਫ ਲਖਨਊ। ਹੁਣ ਲਖਨਊ ਦੇ ਵਿੱਚ ਕੀ ਹੋਇਆ, ਜਿਹੜੇ ਲਖਨਊ ਸੀਗੀ ਉਹ ਕੈਪੀਟਲ ਮੰਨੀ ਜਾਂਦੀ ਸੀ ਉਸ ਸਮੇਂ ਅਵਧ ਦੀ, ਤਾਂ ਹੁਣ ਇੱਥੇ ਕੀ ਸੀਗਾ ਉਹਨਾਂ ਦੀ ਇੱਕ ਲੀਡਰਸ਼ਿਪ ਜਿਹੜੀ ਸੀਗੀ ਉਹ ਪ੍ਰੋਵਾਈਡ ਕੀਤੀ ਗਈ। ਉੱਥੇ ਇੱਕ ਪਰਸਨ ਸੀਗੇ ਬੇਗਮ ਹਜ਼ਰਤ ਮਹਿਲ, ਜਿਹੜੇ ਕਿ ਵਾਈਫ ਸੀਗੇ ਨਵਾਬ ਵਜੀਦ ਅਲੀ ਦੇ। ਉਹਨਾਂ ਨੇ ਉੱਥੇ ਜਾ ਕੇ ਸਪੋਰਟ ਕੀਤਾ ਤੇ ਉੱਥੇ ਅਵਧ ਦੇ ਜਿਹੜੇ ਲੋਕ ਸੀਗੇ ਉਹ ਫੁੱਲੀ ਪਾਰਟੀਸਪੇਟ ਕਰ ਰਹੇ ਸੀ ਇਸ ਵਿਦਰੋਹ ਦੇ ਵਿੱਚ। ਤੇ ਉਹਨਾਂ ਨੇ ਕੀ ਆ ਉਹ ਜਿਹੜੇ ਉਹਨਾਂ ਦੇ ਵਿਰੋਧੀ ਸੀਗੇ ਉਹਨਾਂ ਨੇ ਕਈ ਬ੍ਰਿਟਿਸ਼ਰ ਜਿਹੜੇ ਸੀਗੇ ਉਹਨਾਂ ਨੂੰ ਮਾਰਿਆ ਤੇ ਉਹਨਾਂ ਦੇ ਵਿੱਚ ਚੀਫ ਕਮਿਸ਼ਨਰ ਵੀ ਸੀਗੇ ਜਿਹੜੇ ਹੈਨਰੀ ਲਾਇਰਸਨ, ਉਹ ਵੀ ਸੀਗੇ, ਤੇ ਉਹਨਾਂ ਦੇ ਜਨਰਲ ਹਾਕਲੌਕਸ ਜਿਹੜੇ ਸੀਗੇ ਰੀਚ ਕਰ ਗਏ ਫਿਰ ਉਦੋਂ ਬਾਅਦ ਲਖਨਊ ਦੇ ਵਿੱਚ। ਤੇ ਜਿਹੜੇ ਉਹਨਾਂ ਦੇ ਬ੍ਰਿਟਿਸ਼ਰ ਹੋਰ ਸੀਗੇ ਉਹਨਾਂ ਨੇ ਹੈਲਪ ਦੇ ਨਾਲ ਜਿਹੜੇ ਵਿਰੋਧੀ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ ਗਿਆ। ਐਟ ਦੀ ਐਂਡ ਜਿਹੜਾ ਜਨਰਲ ਜਿਹੜੇ ਕੌਲਿਨ ਸੀਗੇ ਉਹਨਾਂ ਨੂੰ ਕੀ ਆ ਉਸ ਬੈਟਲ ਦੇ ਵਿੱਚ ਆਕੂਪਾਈਡ ਕੀਤਾ ਗਿਆ ਤੇ ਉਹਨਾਂ ਨੇ ਕੀ ਆ ਲਖਨਊ ਦੇ ਉੱਤੇ ਆਪਣਾ ਪਰਚਮ ਲਹਿਰਾਇਆ ਤੇ ਐਂਪਲੀਵਿਲ ਕੌਂਪਬੈਲ ਉੱਥੇ ਦੇ ਰਾਜਾ ਫਿਰ ਘੋਸ਼ਿਤ ਕਰ ਦਿੱਤੇ ਗਏ, ਜਾਂ ਤੁਸੀਂ ਕਹਿ ਦਿਓ ਉੱਥੇ ਜਨਰਲ ਬਣ ਗਏ ਸੀਗੇ ਉਹ। ਫਿਰ ਅੱਗੇ ਆਈ ਝਾਂਸੀ ਤੱਕ ਇਹ ਗਈ। ਫਿਰ ਜਿਹੜੇ ਰਾਣੀ ਲਕਸ਼ਮੀ ਬਾਈ ਜਿਹੜੇ ਸੀਗੇ ਉਹ ਗ੍ਰੇਟ ਵੂਮਨ ਮੰਨੇ ਗਏ ਜਿਨ੍ਹਾਂ ਨੂੰ ਕੀ ਆ ਬ੍ਰਿਟਿਸ਼ਰ ਦੇ ਖਿਲਾਫ ਰਹੇ। ਕਿਉਂ, ਉਹਦਾ ਰੀਜ਼ਨ ਕੀ ਸੀਗਾ ਵੀ ਉਹਨਾਂ ਨੇ ਬ੍ਰਿਟਿਸ਼ਰ ਦੀ ਜਿਹੜੀ ਇੱਕ ਪਾਲਿਸੀ ਸੀਗੀ ਜਿਹਦੇ ਵਿੱਚ ਉਹਨਾਂ ਨੇ ਅਡੋਪਟਡ ਸਨ ਲਿਆ ਸੀਗਾ ਜਿਹੜਾ ਕਿ ਉਹਨਾਂ ਦਾ ਸਕਸੈਸਰ ਹੋਊਗਾ, ਯਾਨੀ ਕਿ ਉਹਨਾਂ ਤੋਂ ਬਾਅਦ ਰਾਜ ਕਰੇਗਾ, ਉਹ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਕਰਕੇ ਉਹਨਾਂ ਦੇ ਵਿੱਚ ਸਟਰਗਲ ਛਿੜ ਗਈ ਬ੍ਰਿਟਿਸ਼ਰ ਦੇ ਨਾਲ। ਤੇ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਰਾਣੀ ਲਕਸ਼ਮੀ ਬਾਈ ਦੇ ਉੱਤੇ ਅਟੈਕ ਕੀਤਾ। ਉਹਨਾਂ ਨੇ ਬੜੀ ਬਹਾਦਰੀ ਨਾਲ ਲੜੇ ਤੇ ਜਿਹੜੇ ਸਾਡੇ ਬ੍ਰਿਟਿਸ਼ਰ ਸੀ ਉਹਨਾਂ ਦੇ ਖਿਲਾਫ ਫਿਰ ਜਿਹੜਾ ਤਾਤੀਆ ਤੋਪੇ ਸੀ ਉਹਨਾਂ ਨੇ ਵੀ ਉਹਨਾਂ ਦੀ ਹੈਲਪ ਕੀਤੀ ਤੇ ਉਹਨਾਂ ਦੋਹਾਂ ਨੇ ਜਿਹੜੀਆਂ ਫਾਈਟ ਸੀਗੀ ਉਹ ਬੜੀ ਬਹਾਦਰੀ ਨਾਲ ਲੜੇ ਤੇ ਆਪਣੀ ਜਿਹੜੀ ਸ਼ਹਾਦਤ ਆ ਉਹਨੂੰ ਪ੍ਰਾਪਤ ਕੀਤਾ। ਉਸ ਤੋਂ ਬਾਅਦ ਜਿਹੜੇ ਤਾਤੀਆ ਤੋਪੇ ਸੀਗੇ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਤੇ ਉਹਨਾਂ ਨੂੰ ਵੀ ਫਾਂਸੀ 'ਤੇ ਚੜ੍ਹਾ ਦਿੱਤਾ 1859 ਈਸਵੀ ਦੇ ਵਿੱਚ। ਨੈਕਸਟ ਆਇਆ ਫਿਰ ਸਾਡੇ ਜਿਹੜੇ ਪੰਜਾਬ ਦੇ ਉੱਤੇ ਕੀ ਹੋਇਆ। ਜਿਹੜੇ ਪੰਜਾਬ ਦੇ ਉੱਤੇ ਉਸ ਸਮੇਂ ਪ੍ਰਿੰਸੀ ਸਟੇਟ ਕਿਹਾ ਜਾਂਦਾ ਸੀ, ਜਾਣੀ ਕਿ ਉਹਦੇ ਉੱਤੇ ਇੱਕ ਰਾਜੇ ਮਹਾਰਾਜਿਆਂ ਦਾ ਕੀ ਸੀਗਾ ਅਧਿਕਾਰ ਚੱਲ ਰਿਹਾ ਸੀ ਤੇ ਬ੍ਰਿਟਿਸ਼ਰ ਜਿਹੜੇ ਸੀਗੇ ਉਹਨਾਂ ਨੇ ਰਿਵੋਲਟ ਜਿਹੜੀ 1857 ਹੋਈ ਉਹਦੇ ਵਿੱਚ ਵੀ ਜੁੜੇ। ਇਸ ਵੇਲੇ ਜਿਹੜੇ ਸਮ ਪਲੇਸਿਸ ਸੀਗੇ ਜਿਵੇਂ ਪੰਜਾਬ ਦੀਆਂ ਜਿੱਥੇ ਸੋਲਜਰ ਜਿਹੜੇ ਸੀਗੇ ਉਹਨਾਂ ਨੇ ਬਗਾਵਤ ਕੀਤੀਆਂ ਅੰਗਰੇਜ਼ਾਂ ਦੇ ਖਿਲਾਫ, ਜਿਵੇਂ ਫਿਰੋਜ਼ਪੁਰ ਹੋ ਗਿਆ, ਪੇਸ਼ਾਵਰ ਹੋ ਗਿਆ, ਹੋਟੀ ਮੁਹੰਮਦ ਹੋ ਗਿਆ, ਜਲੰਧਰ ਹੋ ਗਿਆ, ਇਹੋ ਜਿਹੇ ਪਲੇਸਾਂ ਦੇ ਉੱਤੇ। ਤੇ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਇਸ ਰਿਵੋਲਟ ਨੂੰ ਦਬਾਉਣ ਦੇ ਲਈ ਉਹ ਸਾਰੇ ਸੋਲਜਰਾਂ ਨੂੰ ਮਾਰ ਦਿੱਤਾ ਤੇ ਇੱਥੇ ਕਾਫੀ ਨੰਬਰ ਆਫ ਜਿਹੜੇ ਸੋਲਜਰ ਸੀਗੇ ਉਹਨਾਂ ਦੀ ਡੈਥ ਹੋ ਗਈ। ਨੈਕਸਟ ਹੈਗਾ ਕੰਟਰੀਬਿਊਸ਼ਨ ਆਫ ਦੀ ਪੰਜਾਬੀ ਇਨ ਦੀ ਰਿਵੋਲਟ ਇਨ 1857। ਹੁਣ ਪੰਜਾਬੀਆਂ ਦਾ ਕੀ ਉਹਨਾਂ ਨੇ ਕੀ ਕੰਟਰੀਬਿਊਸ਼ਨ ਕੀਤੀ ਸੀ ਉਹ ਜਿਹੜਾ ਵਿਰੋਧ ਛਿੜਿਆ ਸੀਗਾ। ਪਹਿਲਾ ਹੈਗਾ ਦੀ ਇਹ ਸੋਲਜਰ ਰਿਵੋਲਟਸ ਵੀ ਜਿਹੜੇ ਸੈਨਿਕ ਦੀ ਤਰ੍ਹਾਂ ਦਾ ਵਿਰੋਧ ਹੋਇਆ ਵੀ ਜਿਹੜਾ ਰਿਵੋਲਟ ਹੋਇਆ ਸੀ 1857 ਦੇ ਵਿੱਚ। ਇਹ ਸਟਾਰਟ ਹੋਇਆ ਮੇਰਠ ਤੋਂ 10 ਮਈ ਤੋਂ ਤੇ 1857 ਦੇ ਵਿੱਚ ਇਸ ਸਮੇਂ ਜਿਹੜੀ ਇਹ ਨਿਊਜ਼ ਸੀਗੀ ਰੀਚ ਕਰ ਗਈ ਸੀ ਲਾਹੌਰ ਦੇ ਵਿੱਚ ਜਿਹੜੀ ਕਿ ਪੰਜਾਬ ਦੇ ਵਿੱਚ ਸੀਗਾ ਉਸ ਸਮੇਂ 12 ਮਈ 1857 ਦੇ ਵਿੱਚ। ਤਾਂ ਇੰਡੀਅਨ ਤੇ ਜਿਹੜੇ ਪੰਜਾਬੀ ਸੋਲਜਰ ਸੀਗੇ
ਮੀਆਨ ਮੀਰ ਜਿਹੜੇ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਅਤੇ ਉਹਨਾਂ ਨੂੰ ਲੱਗਿਆ ਵੀ ਹਾਂ ਵੀ ਸਾਨੂੰ ਇਸ ਚੀਜ਼ ਦੇ ਨਾਲ ਜੁੜਨਾ ਚਾਹੀਦਾ। ਲੇਟਰ ਔਨ ਜਿਹੜੀ ਲਾਹੌਰ, ਪੇਸ਼ਾਵਰ ਅਤੇ ਹੋਰ ਜਿਹੜੇ ਰਾਵਲਪਿੰਡੀ ਅਤੇ ਅੰਬਾਲਾ, ਅੰਮ੍ਰਿਤਸਰ ਇਹ ਜਿਹੜੇ ਪਲੇਸਾਂ ਸੀਗੀਆਂ ਉਹ ਵੀ ਇਹਨਾਂ ਨਾਲ ਜੁੜ ਗਈਆਂ ਅਤੇ ਇੰਡੀਅਨ ਸੋਲਜਰ ਜਿਹੜੇ ਸੀਗੇ ਉਹ ਡਿਸਆਰਮਡ ਹੋ ਗਏ ਵੀ ਜਾਣੀ ਕਿ ਉਹਨਾਂ ਨੇ ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਆਰਮੀ ਅਲੱਗ ਤੋਂ ਬਣਾਈ। ਅਤੇ ਇਸ ਤਰੀਕੇ ਨਾਲ ਜਿਹੜੇ ਸੋਲਜਰ ਸੀਗੇ ਉਹ ਜਲੰਧਰ, ਫਲੌਰ ਅਤੇ ਸਿਆਲਕੋਟ ਅਤੇ ਜੇਹਲਮ ਉਹ ਵੀ ਉਹਨਾਂ ਨਾਲ ਜੁੜ ਗਏ। ਫਿਰ ਹੈਗਾ ਪੀਪਲਸ ਰਿਵੋਲਟ ਵੀ ਜਿਹੜੇ ਲੋਕ ਸੀਗੇ ਉਹਨਾਂ ਨੇ ਵੀ ਉਹਨਾਂ ਸਮੇਂ ਵਿਰੋਧ ਕੀਤਾ। ਦੀ ਨੈਰੇਟਿਵ ਜਿਹੜਾ ਲੁਧਿਆਣਾ ਅਤੇ ਫਿਰੋਜ਼ਪੁਰ ਦੇ ਲੋਕ ਸੀਗੇ ਉਹ ਕੀ ਸੀਗੇ ਇਹੋ ਜਿਹੀਆਂ ਪਲੇਸਾਂ ਦੇ ਉੱਤੇ ਜ਼ਿਆਦਾ ਵਿਦਰੋਹ ਸਟਾਰਟ ਹੋਇਆ। ਜਿਹੜੇ ਮੁਸਲਿਮ ਟ੍ਰਿਬਿਊਟ ਸੀਗੇ ਜਿਵੇਂ ਮੌਂਟੀਮੋਨੀਜ਼, ਮੁਲਤਾਨ, ਬਿਲਾਵਰਪੁਰ, ਫੈਜ਼ਲਕਾ ਐਕਸੈਕਟਰਾ ਇਹ ਜਿਹੜੇ ਸੀਗੇ ਇਹ ਵੀ ਏਰੀਆ ਜਿਹੜਾ ਸੀਗਾ ਉਹ ਬ੍ਰਿਟਿਸ਼ਰ ਦੇ ਵਿਰੋਧ ਹੋ ਗਿਆ। ਅਤੇ ਜਿਹੜੇ ਪੀਪਲ ਇੰਡੀਆ ਦੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਸੀ ਅਤੇ ਰਿਹਾਲਖੰਡ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਵੀ ਸਪੋਰਟ ਕੀਤਾ ਇਹਨਾਂ ਵਿਦਰੋਹੀਆਂ ਦਾ। ਅਤੇ ਇਸ ਤਰੀਕੇ ਨਾਲ ਜਿਹੜੇ ਪੰਜਾਬ ਸੀਗੇ ਉਹਨਾਂ ਦੀਆਂ ਸਰਟਨ ਪਲੇਸਾਂ ਜਿਵੇਂ ਰੋਹਤਕ, ਰਿਵਾਨੀ ਇਹ ਜਿਹੜੀਆਂ ਪਲੇਸਾਂ ਸੀਗੀਆਂ ਜਿਹੜੀਆਂ ਕਿ ਕਰਨਾਲ ਇੱਥੇ ਵੀ ਜਿਹੜੇ ਲੋਕ ਸੀਗੇ ਜਾਟ ਵਿਲੇਜ ਤੋਂ ਬਿਲੋਂਗ ਕਰਦੇ ਸੀ ਉਹਨਾਂ ਨੇ ਰਿਫਿਊਜ਼ ਕਰਤਾ ਵੀ ਅਸੀਂ ਕੀ ਆ ਲੈਂਡ ਰੈਵਨਿਊ ਦੇ ਉੱਤੇ ਟੈਕਸ ਦੇਣਾ ਗੌਰਮੈਂਟ ਨੂੰ ਬੰਦ ਕਰਤਾ। ਤਾਂ ਇਹ ਵੀ ਇੱਕ ਤਰ੍ਹਾਂ ਦਾ ਵਿਰੋਧ ਹੋ ਚੁੱਕਿਆ ਸੀ। ਥਰਡ ਸੀਗਾ ਸਰਦਾਰ ਅਹਿਮਦ ਖਾਨ ਖੁਰਲ ਜਿਹੜੇ ਸੀਗੇ ਉਹਨਾਂ ਨੇ ਵੀ ਵਿਰੋਧ ਕਰ ਦਿੱਤਾ। ਇਹ ਲੀਡਰ ਸੀਗੇ ਖੁਰਲ ਟ੍ਰਿਬਿਊਟੀ ਦੇ ਅਤੇ ਸਰਦਾਰ ਅਹਿਮਦ ਜਿਹੜੇ ਸੀਗੇ ਉਹਨਾਂ ਨੇ ਵੀ ਵਿਰੋਧ ਕਰ ਦਿੱਤਾ ਵੀ ਅਸੀਂ ਕੋਈ ਟੈਕਸ ਨਹੀਂ ਪੇ ਕਰਨਾ ਬ੍ਰਿਟਿਸ਼ਰਸ ਨੂੰ। ਅਤੇ ਜਿਹੜੇ ਹੋਰ ਉਹਨਾਂ ਦੇ ਨਾਲ ਜੁੜੇ ਹੋਈਆਂ ਕਬੀਲੇ ਸੀਗੇ ਉਹਨਾਂ ਨੇ ਵੀ ਬੈਂਕ ਆਫ ਰਾਵੀ ਦੇ ਕੋਲ ਉਹਨਾਂ ਨੂੰ ਸਪੋਰਟ ਕੀਤਾ ਅਤੇ ਉਹਨਾਂ ਨੇ ਬ੍ਰਿਟਿਸ਼ਰ ਨੂੰ ਫੇਸ ਕੀਤਾ ਮੈਨੀ ਪਲੇਸਿਸ ਦੇ ਉੱਤੇ ਅਤੇ ਉਹਨਾਂ ਨੂੰ ਮਾਰ ਦਿੱਤਾ ਗਿਆ। ਬ੍ਰਿਟਿਸ਼ ਆਫਿਸਰ ਕਈ ਆਫਿਸਰਾਂ ਨੂੰ ਮਾਰਿਆ ਅਤੇ ਉਹਨਾਂ ਦੇ ਕਈ ਸੈਨਿਕਾਂ ਨੂੰ ਮਾਰਿਆ। ਉਹਨਾਂ ਨੇ ਸ਼ਹਾਦਤ ਤੋਂ ਪਹਿਲਾਂ ਉਹਨਾਂ ਨੇ ਕਈ ਲੋਕਾਂ ਨਾਲ ਜੁੜੇ ਅਤੇ ਉਹਨਾਂ ਨਾਲ ਜਿਹੜੀਆਂ ਇਹ ਲੜਾਈਆਂ ਉਹ ਲੜਦੇ ਗਏ। 1857 ਜਿਹੜੀ ਵਿਰੋਧ ਸੀਗਾ ਉਹ ਪ੍ਰੋਪਰ ਸਕਸੈਸਫੁਲ ਨਹੀਂ ਹੋ ਸਕਿਆ ਕਿਉਂਕਿ ਉਹਨਾਂ ਕੋਲ ਕੋਈ ਵੀ ਇੱਕ ਵਧੀਆ ਲੀਡਰ ਨਹੀਂ ਸੀਗਾ ਅਤੇ ਇਸ ਕਰਕੇ ਜਿਹੜਾ ਇਹ ਸਪੋਰਟ ਸੀਗੀ ਜਿਹੜੇ ਵਿਦਰੋਹੀ ਸੀਗੇ ਉਹਨਾਂ ਨੂੰ ਪ੍ਰਿੰਸੀ ਸਟੇਟ ਜਿਹੜੇ ਸੀਗੇ ਪੰਜਾਬ ਦੇ ਉਹਨਾਂ ਨੇ ਸਪੋਰਟ ਜ਼ਰੂਰ ਕੀਤਾ। ਬਟ ਅਖੀਰ ਦੇ ਵਿੱਚ ਜਿਹੜੇ ਉਹਨਾਂ ਦੀ ਸਟਰਗਲ ਹੋਈ ਉਹਨਾਂ ਨੇ ਫਰੀਡਮ ਦੇ ਲਈ ਪਰ ਉਹ ਫਿਰ ਵੀ ਕਦੇ ਵੀ ਸਕਸੈਸਫੁਲ ਨਹੀਂ ਹੋ ਸਕੇ। ਕਾਜ਼ ਆਫ ਫੇਲੀਅਰ ਆਫ ਦੀ ਰਿਵੋਲਟ 1857 ਹੁਣ ਕੀ ਕਾਰਨ ਬਣੇ ਵੀ ਜਿਹੜੇ 1857 ਦਾ ਜਿਹੜਾ ਵਿਰੋਧ ਹੋਇਆ ਸੀਗਾ ਉਹਦੇ ਵਿੱਚ ਕੀ ਹੋਇਆ ਸਾਡੀ ਜਿੱਤ ਨਹੀਂ ਹੋ ਸਕੀ। ਫਸਟ ਹੈਗਾ ਵਾ ਵੀ ਜਿਹੜੀ ਡੇਟ ਸੀਗੀ ਉਹ ਸਟਾਰਟ ਕਰਨੀ ਸੀਗੀ ਵਿਦਰੋਹ ਦੀ ਉਹ ਸੀਗੀ 31 ਮਈ 1857 ਪਰ ਇਹ ਜਿਹੜਾ ਸਟਾਰਟ ਹੋ ਗਿਆ ਸੀਗਾ ਉਹ ਸਟਾਰਟ ਹੋ ਗਿਆ ਸੀ 29 ਮਾਰਚ 1857 ਤੋਂ ਹੀ। 29 ਮਾਰਚ ਜਦੋਂ ਪੰਗਲ ਪਾਂਡੇ ਜੀ ਨੂੰ ਉਹਨਾਂ ਨੂੰ ਕੀ ਕੀਤਾ ਸੀਗਾ ਤਸੀਹੇ ਦਿੱਤੇ ਗਏ ਸੀ ਤਾਂ ਕਰਕੇ ਜਿਹੜੇ ਲੋਕ ਸੀਗੇ ਜਾਂ ਜਿਹੜੇ ਵਿਦਰੋਹੀ ਸੀਗੇ ਉਹ ਜ਼ਿਆਦਾਤਰ ਪ੍ਰੋਪਰ ਰੈਡੀ ਨਹੀਂ ਹੋ ਸਕੇ। ਨੈਕਸਟ ਸੀਗਾ ਲੈਕ ਆਫ ਯੂਨਿਟੀ ਅਮੰਗਸਟ ਟੂ ਦੀਆਂ ਰਿਵੋਲਰੀ ਵੀ ਜਿੰਨੇ ਵੀ ਵਿਦਰੋਹੀ ਸੀਗੇ ਉਹਨਾਂ ਵਿੱਚ ਕਿਸੇ ਦੇ ਵਿੱਚ ਏਕਤਾ ਨਹੀਂ ਸੀ। ਉਹ ਸਾਰੇ ਆਪਣੇ ਲਈ ਲੜ ਰਹੇ ਸੀ ਨਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜ ਰਹੇ ਸੀ। ਤੀਜਾ ਸੀਗਾ ਜਿਹੜੇ ਵਿਦਰੋਹੀ ਸੀਗੇ ਉਹ ਕੀ ਸੀਗੇ ਕਾਫੀ ਘੱਟ ਸੀਗੇ ਐਜ਼ ਕੰਪੇਅਰ ਬ੍ਰਿਟਿਸ਼ਰ ਦੇ ਨਾਲੋਂ ਤਾਂ ਕਰਕੇ ਇਹਨਾਂ ਦੀ ਹਾਰ ਹੋਈ। ਅਤੇ ਜਿਹੜੇ ਰਿਵੋਲਟਰੀ ਸੀਗੇ ਉਹ ਜ਼ਿਆਦਾ ਪ੍ਰੋਪਰ ਇੰਡੀਆ ਤੱਕ ਪੂਰਾ ਫੈਲ ਨਹੀਂ ਸਕਿਆ ਇਹ ਵਿਰੋਧ ਸਿਰਫ ਥੋੜ੍ਹੇ ਜਿਹੇ ਏਰੀਆ ਤੱਕ ਹੀ ਸੀਮਿਤ ਰਿਹਾ ਤਾਂ ਕਰਕੇ ਜਿਹੜੇ ਲੋਕ ਸੀਗੇ ਉਹ ਘੱਟ ਜੁੜੇ ਤਾਂ ਕਰਕੇ ਜਿਹੜਾ ਸਾਡਾ ਦੇਸ਼ ਆ ਉਸ ਸਮੇਂ ਆਜ਼ਾਦ ਨਹੀਂ ਹੋ ਸਕਿਆ। ਜਿਹੜੇ ਰੂਲ ਸੀਗੇ ਜਿਹੜੇ ਇੰਡੀਆ ਦੇ ਵਿੱਚ ਪ੍ਰਿੰਸੀ ਸਟੇਟ ਸੀਗੀਆਂ ਜਿਵੇਂ ਹੈਦਰਾਬਾਦ, ਗਵਾਲੀਅਰ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਇਹਨਾਂ ਨੇ ਕੀ ਆ ਬ੍ਰਿਟਿਸ਼ਰ ਲੋਕਾਂ ਦੀ ਹੈਲਪ ਕੀਤੀ ਅਤੇ ਇੰਡੀਆ ਦੇ ਜਿਹੜੇ ਹੋਰ ਵਿਦਰੋਹੀ ਸੀਗੇ ਉਹਨਾਂ ਨਾਲ ਨਹੀਂ ਜੁੜੇ ਤਾਂ ਕਰਕੇ ਵੀ ਇਹਨਾਂ ਨੂੰ ਫੇਲੀਅਰ ਹੋਇਆ। ਛੇਵਾਂ ਸੀਗਾ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਪੂਰਾ ਕੰਟਰੋਲ ਕੀਤਾ ਹੋਇਆ ਸੀ ਕਮਿਊਨੀਕੇਸ਼ਨ ਅਤੇ ਟਰਾਂਸਪੋਰਟੇਸ਼ਨ ਦੇ ਉੱਤੇ ਤਾਂ ਜੋ ਕੀ ਆ ਲੋਕ ਇੱਕ ਦੂਸਰੇ ਨਾਲ ਗੱਲ ਨਾ ਕਰ ਸਕਣ ਅਤੇ ਇੱਕ ਦੂਸਰੇ ਨਾਲ ਮਿਲ ਜੁਲ ਨਾ ਸਕਣ ਤਾਂ ਕਰਕੇ ਪ੍ਰੋਬਲਮਸ ਆਈ ਤਾਂ ਕਰਕੇ ਸਾਨੂੰ ਫੇਲੀਅਰ ਹੋਣੀ ਪਈ। ਜਿਹੜੇ ਬ੍ਰਿਟਿਸ਼ਰ ਸੀਗੇ ਉਹ ਕੀ ਸੀ ਸਪਰੈਸ ਟੂ ਦੇਅਰ ਰਿਪੋਲਟ ਟੂ ਯੂਜ਼ਿੰਗ ਦੇਅਰ ਫੁੱਲ ਫੋਰਸ ਵੀ ਜਿਹੜਾ ਅੰਗਰੇਜ਼ਾਂ ਸੀਗੀਆਂ ਉਹਨਾਂ ਨੇ ਪੂਰੀ ਸਖਤਾਈ ਦੇ ਨਾਲ ਅਤੇ ਪੂਰੀ ਫੋਰਸ ਲਗਾ ਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰਕੇ ਏਰੀਆ ਜਿਹੜਾ ਸੀਗਾ ਉਹ ਖਤਮ ਹੋ ਗਿਆ। ਅਤੇ ਜਿਹੜੀ ਉਹਨਾਂ ਦੀ ਸੀਕਰੇਟ ਏਜੰਸੀ ਸੀਗੀ ਬ੍ਰਿਟਿਸ਼ਰਾਂ ਦੀ ਉਹ ਬਹੁਤ ਜ਼ਿਆਦਾ ਵਧੀਆ ਸੀਗੀ ਤਾਂ ਕਰਕੇ ਜਿਹੜਾ ਰਿਵੋਲਟ ਸੀਗਾ ਉਹ ਜ਼ਿਆਦਾ ਦੂਰ ਤੱਕ ਨਹੀਂ ਫੈਲ ਸਕਿਆ ਅਤੇ ਥੋੜ੍ਹੇ ਏਰੀਏ ਦੇ ਵਿੱਚ ਹੀ ਰਹਿ ਕੇ ਉਹ ਖਤਮ ਹੋ ਗਿਆ। ਅਤੇ ਰਿਜ਼ਲਟ ਕੀ ਨਿਕਲੇ ਜਿਹੜਾ ਰਿਵੋਲਟ ਹੋਇਆ ਇਹਨਾਂ ਦਾ ਇਹਦੇ ਵਿੱਚ ਜਿਹੜੇ ਰਿਵੋਲਟ ਨਿਕਲੇ ਉਹ ਦੇਖੋ ਕੀ ਆ ਜਿਹੜੇ ਪੋਲੀਟੀਕਲ ਰਿਜ਼ਲਟ ਕੀ ਨਿਕਲਿਆ ਵੀ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ ਹੁਣ ਉਹਦਾ ਐਂਡ ਹੋ ਚੁੱਕਿਆ ਸੀਗਾ ਅਤੇ ਹੁਣ ਡਾਇਰੈਕਟਲੀ ਜਿਹੜੀ ਇੰਡੀਆ ਦੀ ਪਾਰਲੀਮੈਂਟ ਮੈਟਰ ਸੀਗੇ ਉਹ ਕੀ ਆ ਹੁਣ ਸੋਲਵ ਕਰਨ ਦੇ ਲਈ ਇੰਡੀਅਨ ਪਾਰਲੀਮੈਂਟ ਜਿਹੜੀ ਸੀਗੀ ਉਹ ਸ਼ੁਰੂ ਹੋ ਗਏ। ਜਿਹੜੇ ਗਵਰਨਰ ਜਨਰਲ ਸੀਗੇ ਇੰਡੀਆ ਦੇ ਵਿੱਚ ਉਹਨਾਂ ਨੂੰ ਨਵਾਂ ਟਾਈਟਲ ਦਿੱਤਾ ਗਿਆ ਵਾਇਸਰਾਓ ਦਾ। ਅਤੇ ਜਿਹੜੇ ਮੁਗਲ ਡਾਇਨੈਸਟੀ ਸੀਗੀ ਹੁਣ ਉਹ ਖਤਮ ਹੋ ਚੁੱਕੀ ਸੀ ਤਾਂ ਇੰਡੀਆ ਦੇ ਉੱਤੇ ਜਿਹੜਾ ਰੂਲਰ ਸੀਗਾ ਹੁਣ ਉਹੀ ਅਡੋਪਟ ਕਰ ਸਕਦਾ ਸੀ ਜਿਹੜਾ ਉਹਦਾ ਸਨ ਸੀਗਾ। ਅਤੇ ਜਿਹੜੇ ਬ੍ਰਿਟਿਸ਼ਰ ਸੀਗੇ ਹੁਣ ਉਹਨਾਂ ਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਤਾਂ ਜੋ ਕੀ ਆ ਵੀ ਇੰਡੀਅਨ ਸਟੇਟਾਂ ਨੂੰ ਬ੍ਰਿਟਿਸ਼ ਅੰਪਾਇਰ ਦੇ ਵਿੱਚ ਨਾਲ ਜੋੜਿਆ ਜਾ ਸਕੇ। ਫਿਰ ਆ ਗਏ ਸੋਸ਼ਲ ਰਿਜ਼ਲਟ ਜਿਹੜੇ ਸਮਾਜਿਕ ਕੀ ਨਤੀਜੇ ਨਿਕਲੇ ਵੀ ਇਹਦੇ ਵਿੱਚ ਇੰਪੋਰਟੈਂਟ ਨਤੀਜਾ ਇਹ ਨਿਕਲਿਆ 1857 ਦੇ ਵਿੱਚ ਜਿਹੜੀ ਕੁਈਨ ਸੀਗੀ ਕੁਈਨ ਵਿਕਟੋਰੀਆ ਉਹਨਾਂ ਨੇ ਡਿਕਲੇਅਰ ਕੀਤਾ ਵੀ ਜਿਹੜੀ ਪਾਲਿਸੀ ਹੈਗੀ ਆ ਰਿਲੀਜੀਅਸ ਟੋਲਰੇਟਿੰਗ ਦੀ ਉਹਨੂੰ ਕੀ ਅਡੋਪਟ ਕੀਤਾ ਜਾਊਗਾ ਵੀ ਰਿਲੀਜਨ ਸਾਰਿਆਂ ਨੂੰ
ਪ੍ਰੋਪਰ ਢੰਗ ਦੇ ਨਾਲ ਦਿੱਤਾ ਜਾਊਗਾ। ਗੌਰਮੈਂਟ ਸਰਵਿਸ ਦੇ ਵਿੱਚ ਉਹਨਾਂ ਦੀ ਐਬਿਲਿਟੀ ਦੇ ਅਕੋਰਡਿੰਗ ਉਹਨਾਂ ਨੂੰ ਪੇ ਦਿੱਤੀ ਜਾਊਗੀ। ਇੰਡੀਅਨ ਜਿਹੜੇ ਲੋਕ ਸੀਗੇ ਉਹਨਾਂ ਨੂੰ ਹਾਇਰ ਪੋਸਟਾਂ ਵੀ ਦਿੱਤੀਆਂ ਜਾਣਗੀਆਂ। ਅਤੇ 1857 ਦੇ ਵਿੱਚ ਜਿਹੜੀ ਪਾਲਿਸੀ ਅਪਣਾਈ ਗਈ ਸੀ ਡਿਵਾਈਡ ਐਂਡ ਰੂਲ, ਉਹਦੇ ਅਕੋਰਡਿੰਗ ਇਹ ਚੱਲੇ। ਫਿਰ ਇਹ ਪਾਲਿਸੀ ਜਿਹੜੀ ਸੀ ਬ੍ਰਿਟਿਸ਼ਰ ਨੂੰ ਜਿਹੜੇ ਉਹਨਾਂ ਨੇ ਸਟਾਰਟ ਕਰ ਦਿੱਤਾ ਸੀ। ਹਿੰਦੂ ਅਤੇ ਮੁਸਲਿਮ ਜਿਹੜੇ ਸੀਗੇ ਉਹਦੇ ਫਾਈਟ ਜਿਹੜੀ ਸੀ ਉਹਨਾਂ ਦੇ ਅਗੇਂਸਟ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦੇ ਅਗੇਂਸਟ ਵੀ ਇਹਨਾਂ ਨੇ ਰੂਲ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਜ਼ਰੂਰ ਇਹਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ। ਅਤੇ ਥੈਂਕਸ ਅਲੋਟ ਵਾਚਿੰਗ ਫॉर ਮਾਈ ਵੀਡੀਓ ਐਂਡ ਆਈ ਹੋਪ ਤੁਹਾਨੂੰ ਇਹ ਜਿਹੜਾ ਚੈਪਟਰ ਉਹ ਸਮਝ ਆਇਆ ਹੋਊਗਾ। ਨੈਕਸਟ ਸੈਸ਼ਨ ਦੇ ਵਿੱਚ ਅਸੀਂ ਇਹਦੇ ਕੁਐਸਚਨ ਆਨਸਰ ਵੀ ਕਰਾਂਗੇ ਅਤੇ ਉਹਦੀ ਟਰਾਂਸਲੇਸ਼ਨ ਵੀ ਮੈਂ ਤੁਹਾਨੂੰ ਕਰਾਊਂਗਾ। ਜੇਕਰ ਤੁਹਾਨੂੰ ਇਹ ਚੈਪਟਰ ਵਧੀਆ ਲੱਗਿਆ ਤਾਂ ਇਹਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ। ਥੈਂਕਸ ਅਲੋਟ ਵਾਚਿੰਗ ਫॉर ਮਾਈ ਸੈਸ਼ਨ।